उद्घाटन हो गया, तुसी उद्घाटन दे मौजूद नहीं सीगे, तुसी 2019 वाली वीडियो दिखा रहे हो, तुसी बिल्कुल मंग करते नज़र आ रहे हो। थले MLA संजय तलवार होरी भी बैठे ने, थोड़ा तालमेल क्यों नहीं बैठा हैगा? एक वड्डा चेहरा तुसी सीगे ते उधरों MLA दा हैगे ने, तुसी एक पहला लोक इंसाफ पार्टी तुसी फिर आज़ाद भी इलैक्शन लड़ी है, तुहानूं कौंसलर वेले भी एडा मान सत्कार लोगों ने इत्थों दिता वा, एक वड्डा चेहरा सी। तालमेल ना बैठण दा कारण की आ कि तुहानूं इस खुशी नालों ज़्यादा दर्द नहीं झलक रहा भी तुहानूं उद्घाटन ते नहीं सद्दिया गया जां कोई अनदेखी कीती गई है? 5/5/19 ਨੂੰ मैं उस तो पहला जी MP इलैक्शन हुई मैं कांग्रेस शामिल हो गया। साढ़े बिट्टू जी MP जी उस टाइम सीगे तो उस टाइम उन्होंने रैली रखी गई, 4 ਤੋਂ 5 हज़ार की गैदरिंग इस पासे इत्थे हुई, जिहदे गवाह वा मैं अपने पेज के उत्ते लाइव किया उस डेट का। मेरा पेज खोल के देख सकते हो, वही डेट है। और इक्को एक मंग रखी बिट्टू जी तो भी जिद्दन तुसीं MP बन गए ये ताजपुर रोड ते टिब्बा रोड का मतलब कि जिहड़ा फ्लाईओवर बनाउणा ते सानूं इत्थे जिहड़ा शहर वालों साडा नाता टुट गया, शहर वालों असीं कट गए हाँ तो सानूं इहनां नाल जोड़िया जावे। तो उन्होंने ये भरोसा दवाया भी मतलब कि जितने तो बाद मैं सब तो पहला यही काम करूँगा। मैं सीधा कहूँगा दलजीत सिंह भोला गरेवाल होरां दा वोट बैंक हिलिया या संजय तलवार होरां दा वोट बैंक हिलिया? दसना चाहुंदा अज भी संगत उस टाइम भी संगतां दा पूरा आशीर्वाद सीगा ते अज भी संगतां दा पूरा आशीर्वाद आ। और मतलब कि तुसीं देखिया होना मतलब कि MP इलैक्शन दे विच 24 दिन कोई ऐसा मतलब कि 1 मिनट भी ऐसा नहीं सी जिथे नहीं मतलब कि संगतां ने रैलियां रखियां। और मेरे जिन्ने भी साथी सीगे जिन्नियां संगतां सी और सारियां नाल चलियां, सारी वोट पाई आ। ये तुसीं समझ सकदे हो भी जिहड़ी वोट मतलब कि घटी है तो किहदी घटी है। ਤੁਸੀਂ ਪਹਿਲਾਂ ਲੋਕ ਇਨਸਾਫ ਪਾਰਟੀ ਬੈਂਸ ਭਰਾਵਾਂ ਨਾਲ ਸੀਗੇ, ਉਹ ਤੁਸੀਂ ਛੱਡ ਦਿੱਤੀ ਹੈ। ਆਮ ਆਦਮੀ ਪਾਰਟੀ ਮੈਨੂੰ ਸਵਾਲ ਪੂਰਾ ਹੋਣ ਦਿਓ, 2017 ਤੁਸੀਂ ਆਮ ਆਦਮੀ ਪਾਰਟੀ ਦਾ ਵੱਡਾ ਚਿਹਰਾ ਸੀ, ਤੁਸੀਂ ਅੱਜ ਕਾਂਗਰਸ ਪਾਰਟੀ ਵਿੱਚ ਹੈਗੇ ਹੋ। ਰਣਜੀਤ ਸਿੰਘ ਢਿੱਲੋਂ ਦੀ ਇੱਕ ਮੈਂ ਕਹਿੰਦਾ ਵੱਡਾ ਵੋਟ ਬੈਂਕ ਤਰਸੇਮ ਭਿੰਡਰ ਹੋਰਾਂ ਨਾਲ ਸੀ, ਉਹ ਆਮ ਆਦਮੀ ਪਾਰਟੀ ਚਲੇ ਗਏ ਨੇ। ਸੋ ਤੁਹਾਡਾ ਵੀ MLA ਸੰਜੇ ਤਲਵਾਰ ਨਾਲ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਹੈਗਾ ਵਾ, ਇੱਕ ਰੌਲਾ ਚੱਲਦਾ ਸਿਆਸੀ ਰੌਲਾ ਹੈਗਾ ਵਾ, ਕਿੱਧਰ ਨੂੰ ਸਿਆਸਤ ਜਾਊਗੀ 2022 ਚ ਹਲਕਾ ਪੂਰਬੀ? ਇਹ ਤਕਰੀਬਨ 115 ਕਰੋੜ ਦਾ ਕੰਮ ਸੀ। 115 ਕਰੋੜ ਦਾ ਕੰਮ ਦੇ ਵਿੱਚ ਸ਼ੇਰ ਮਤਲਬ ਕਿ ਜਿਹੜਾ ਟਿੱਬਾ ਰੋਡ ਦਾ ਤੇ ਤਾਜਪੁਰ ਰੋਡ ਦਾ ਫਲਾਈਓਵਰ ਆ ਇਹ ਤਕਰੀਬਨ 35 ਕਰੋੜ ਦੇ ਆਸੇ-ਪਾਸੇ 115 ਕਰੋੜ ਚੋਂ, ਤੇ ਬਾਕੀ ਸ਼ੇਰਪੁਰ ਦੇ ਦੋਨੇ ਆਸੇ-ਪਾਸੇ ਜਿੱਥੇ ਸ਼ੇਰਪੁਰ ਹਸਪੀਟਲ ਆ ਉਹਦੇ ਦੋਨੇ ਆਸੇ-ਪਾਸੇ ਪੁਲ ਬਣਨੇ ਉਹ ਵੀ ਇਹਦੇ ਵਿੱਚ ਆ। ਇੱਕ ਜਿਹੜਾ ਅਪੋਲੋ ਹਸਪੀਟਲ ਹੈ, ਅਪੋਲੋ ਹਸਪੀਟਲ ਤੋਂ ਇਹਨਾਂ ਨੇ ਰਸਤਾ ਉੱਪਰ ਨੂੰ ਦੇਣਾ ਵਾ ਉਹ ਵੀ ਉਹਦੇ ਵਿੱਚ ਆ। ਇਹ ਸਾਰਾ ਪ੍ਰੋਜੈਕਟ 115 ਕਰੋੜ ਦਾ ਤੇ ਪਾਸ ਹੋ ਕੇ ਰਾਮ ਕੁਮਾਰ ਐਂਡ ਕੰਪਨੀ ਨੂੰ ਇਹ ਅਲਾਟ ਹੋ ਗਿਆ ਤੇ ਉਹਨਾਂ ਦੀ ਟੀਮ ਅੱਜ ਆ ਗਈ ਹੈ। ਪ੍ਰਾਈਮ ਮੁੱਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਸੋ ਬੀਤੇ ਦਿਨੀ ਹਲਕਾ ਪੂਰਬੀ ਤੋਂ ਵਿਧਾਇਕ ਸੰਜੇ ਤਲਵਾਰ ਹੋਰਾਂ ਨੇ ਨੈਸ਼ਨਲ ਹਾਈਵੇ 'ਤੇ ਇੱਕ ਫਲਾਈਓਵਰ ਦਾ ਉਦਘਾਟਨ ਕੀਤਾ ਸੀ, ਜਿਸ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਕ੍ਰੈਡਿਟ ਵਾਰ ਸ਼ੁਰੂ ਹੋ ਗਈ ਹੈ। ਦਲਜੀਤ ਸਿੰਘ ਭੋਲਾ ਗਰੇਵਾਲ ਨੇ ਜੋ ਪਿਛਲੀਆਂ ਚੋਣਾਂ 'ਚ ਕਾਂਗਰਸ ਪਾਰਟੀ ਸ਼ਾਮਲ ਆਈ ਸੀ ਤਾਂ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਗਿਣਾਈਆਂ ਵੀ ਇਹ ਜਿਹੜਾ ਪੁਲ ਬਣ ਰਿਹਾ ਵਾ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਯੋਗਦਾਨ ਵੱਡਾ ਹੈਗਾ। ਸੋ ਆਪਣੀਆਂ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਸਾਰੀ ਸ਼ੁਰੂ ਤੋਂ ਲੈ ਕੇ 2011 ਤੋਂ ਲੈ ਕੇ ਅੱਜ ਤੱਕ ਜਿਹੜੀ ਉਹਨਾਂ ਨੇ ਪੁਲ ਨੂੰ ਲੈ ਕੇ ਜੋ ਘਾਲਣਾ ਘਾਲੀ ਹੈ ਉਹਦੇ ਬਾਰੇ ਚਰਚਾ ਕੀਤੀ ਸੀ। ਕੱਲ੍ਹ ਮੀਡੀਆ ਦੇ ਮੁਤਾਬਕ ਮੁਖਾਤਿਬ ਹੋਏ ਸੀਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਉਹਨਾਂ ਦਾ ਯੋਗਦਾਨ ਰਿਹਾ ਹੈਗਾ ਵਾ ਅਤੇ ਕੀ ਕਾਰਨ ਹੈਗਾ ਵੀ ਆਪਣੀ ਸਰਕਾਰ ਦੇ ਵਿੱਚ ਆਪਣੀ ਸਰਕਾਰ ਦੇ MLA ਦੇ ਹੁੰਦੇ ਹੋਏ ਕ੍ਰੈਡਿਟ ਵਾਰ ਜਿਹੜੀ ਹੈ ਇਹ ਲੜਾਈ ਸ਼ੁਰੂ ਹੋਈ ਹੈ। ਬਹੁਤ ਬਹੁਤ ਸਵਾਗਤ ਹੈ ਗਰੇਵਾਲ ਸਾਹਿਬ ਤੁਹਾਡਾ ਜੀ। ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ, ਪ੍ਰਾਈਮ ਮੁੱਦੇ ਦੀ ਸਾਰੀ ਟੀਮ ਦਾ, ਅਤੇ ਬਹੁਤ ਬਹੁਤ ਧੰਨਵਾਦ ਕਰਦਾ ਸਾਰੀਆਂ ਸੰਗਤਾਂ ਦਾ ਦੇਖਣ ਵਾਲੀਆਂ ਦਾ। ਜੀ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਇਹ ਜੋ ਕੱਲ੍ਹ ਪ੍ਰੈਸ ਕਾਨਫਰੰਸ ਹੋਈ ਹੈ ਜੀ ਉਹਦੇ ਬਾਰੇ ਦੱਸਣਾ ਚਾਹੁੰਦਾ ਵੀ ਉਹ ਮੈਂ ਸਿਰਫ ਤੇ ਸਿਰਫ ਕ੍ਰੈਡਿਟ ਵਾਰ ਵਾਲਾ ਕੋਈ ਮਤਲਬ ਮਾਮਲਾ ਨਹੀਂ, ਉਹਦੇ 'ਚ ਮੈਂ ਦੱਸਣਾ ਚਾਹੁੰਦਾ ਸੀਗਾ ਵੀ ਮੇਰੀ ਜਿਹੜੀ ਤੁਸੀਂ ਸੰਗਤਾਂ ਨੇ ਡਿਊਟੀ ਲਾਈ ਸੀਗੀ ਅਤੇ ਮੈਂ ਆਹ ਕੁਛ ਕੀਤਾ ਅਤੇ ਉਹਨਾਂ ਸੰਗਤਾਂ ਨੂੰ ਹਲਕਾ ਵਿਧਾਨ ਸਭਾ ਹਲਕਾ ਪੂਰਬੀ ਦੀਆਂ ਸੰਗਤਾਂ ਨੇ ਲੰਬੇ ਸਮੇਂ ਤੋਂ ਆਸ਼ੀਰਵਾਦ ਦਿੱਤਾ। ਔਰ ਪਹਿਲੀ ਵਾਰੀ 2007 ਦੇ ਵਿੱਚ ਵੱਡੀ ਗਿਣਤੀ 'ਚ ਬਲਕਿ ਵੱਡੀ ਲੀਡ ਨਾਲ ਜਿਤਾ ਕੇ ਅਤੇ ਉਹ 3 ਵਾਰੀ ਕੌਂਸਲਰ ਅਤੇ 2 ਵਾਰੀ MLA ਦੀਆਂ ਬਲਕਿ ਵੋਟਾਂ, ਇੱਕ ਵਾਰੀ 22,500 ਆਜ਼ਾਦ ਨੂੰ, ਇੱਕ ਵਾਰੀ 41,500 ਵੋਟ ਪਾ ਕੇ ਬਹੁਤ ਵੱਡਾ ਆਸ਼ੀਰਵਾਦ ਦਿੱਤਾ। ਅਤੇ ਪਿਛਲੇ ਜਿਹੜੀ ਕੌਂਸਲਰ ਦੀ ਇਲੈਕਸ਼ਨ ਸੀ ਪੂਰੇ ਪੰਜਾਬ 'ਚੋਂ ਸਭ ਤੋਂ ਵੱਡੀ ਲੀਡ ਦਿੱਤੀ ਔਰ ਆਜ਼ਾਦ ਤੌਰ 'ਤੇ ਮੈਨੂੰ। ਅਤੇ ਉਹਨਾਂ ਸੰਗਤਾਂ ਨੂੰ ਮੈਂ ਪਹਿਲਾਂ ਤਾਂ ਲੱਖ ਲੱਖ ਵਧਾਈ ਦਿੰਦਾ ਅਤੇ ਧੰਨਵਾਦ ਵੀ ਕਰਦਾ, ਕਿਉਂਕਿ ਉਹਨਾਂ ਸੰਗਤਾਂ ਦੇ ਇਸ ਇਲਾਕੇ ਦੀਆਂ ਸੰਗਤਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਅਤੇ ਹੌਸਲਾਸ਼ੇਰੀ ਦਿੱਤੀ, ਹਮੇਸ਼ਾ ਪਿੱਠ ਥਾਪੜਦੇ ਰਹੇ ਅਤੇ ਮੈਂ ਹਮੇਸ਼ਾ ਲੱਗਿਆ ਰਿਹਾ ਇਸ ਇਲਾਕੇ ਦੇ ਕੰਮਾਂ ਵਾਸਤੇ, ਇਸ ਇਲਾਕੇ ਦੀ ਭਲਾਈ ਵਾਸਤੇ, ਇਸ ਇਲਾਕੇ ਦੇ ਵਿਕਾਸ ਵਾਸਤੇ। ਉਹ ਮੈਂ ਦੱਸਣਾ ਚਾਹੁੰਦਾ ਵੀ 2011 ਤੋਂ ਔਨ ਰਿਕਾਰਡ ਮਿਲ ਕੇ ਮੇਰੇ ਕੋਲ ਸਾਰੇ ਡਾਕੂਮੈਂਟ ਪਏ ਨੇ, ਸਾਰੀਆਂ ਅਖਬਾਰਾਂ ਦੀਆਂ ਖਬਰਾਂ ਕੱਟੀਆਂ ਪਈਆਂ ਨੇ ਔਨ ਰਿਕਾਰਡ। ਤੁਹਾਨੂੰ ਦੱਸਣਾ ਚਾਹੁੰਦਾ ਵੀ 2011 ਤੋਂ ਪਹਿਲਾਂ ਮੈਂ ਡਿਪਟੀ CM ਸਾਹਿਬ ਜਿਹੜੇ ਉਸ ਟਾਈਮ ਸੁਖਬੀਰ ਸਿੰਘ ਬਾਦਲ ਸੀ ਉਹਨਾਂ ਨੂੰ ਜਾ ਕੇ ਮਿਲਿਆ ਅਤੇ ਉਹ ਤੁਹਾਨੂੰ ਮੈਂ ਖਬਰਾਂ ਵੀ ਦਿਖਾ ਦੇਣਾ। ਮੇਰੇ ਕੋਲ ਜੋ ਲੈਟਰਾਂ ਦਿੱਤੀਆਂ
ਜੋ ਰਿਕਾਰਡ ਹੈ ਔਨ ਰਿਕਾਰਡ ਆ ਉਹ ਮੈਂ ਦਿਖਾ ਰਿਹਾ। ਤੇ ਉਸ ਤੋਂ ਬਾਅਦ 2011 ਤੋਂ ਬਾਅਦ 15 ਇਹ 12/1/2011 ਦੀ ਆ। ਪਹਿਲਾਂ ਤਾਂ ਡਿਪਟੀ ਸੀਐਮ ਸਾਹਿਬ ਨੂੰ ਮਿਲਿਆ ਤੇ ਉਸ ਤੋਂ ਬਾਅਦ ਮੈਂ 7/2/2011 ਨੂੰ ਦੁਬਾਰਾ ਮਿਲਿਆ। ਤੇ ਉਸ ਤੋਂ ਬਾਅਦ 15/1/11 ਨੂੰ ਨੈਸ਼ਨਲ ਹਾਈਵੇ ਦੀ ਟੀਮ, ਸਾਡੇ ਕਮਿਸ਼ਨਰ ਸਾਹਿਬ ਸੀ ਸੇਨਾ ਸਾਹਿਬ ਤੇ ਹਾਕਮ ਸਿੰਘ ਗਿਆਸਪੁਰਾ ਜੀ ਮੇਅਰ ਸਾਹਿਬ ਸੀਗੇ, ਉਹਨਾਂ ਨਾਲ ਮੀਟਿੰਗ ਕਰਕੇ ਤੇ ਮੈਂ ਨਾਲ ਸੀਗਾ ਔਰ ਉਹ ਵੀ ਖਬਰਾਂ ਲੱਗੀਆਂ ਹੋਈਆਂ ਨੇ। ਉਸ ਟਾਈਮ ਇਸ ਮੁੱਦਾ ਉਠਾਇਆ ਵੀ ਤਾਜਪੁਰ ਰੋਡ ਤੇ ਟਿੱਬਾ ਰੋਡ ਤੇ ਜਿਹੜਾ ਫਲਾਈਓਵਰ ਹੈ ਇਹ ਬਣਨਾ ਚਾਹੀਦਾ, ਕਿਉਂਕਿ ਕਈ ਕਿਲੋਮੀਟਰ ਤੋਂ ਲੋਕਾਂ ਨੂੰ ਘੁੰਮ ਕੇ ਆਉਣਾ ਪੈਂਦਾ ਵਾ। ਉਹਦੇ ਨਾਲ ਮਤਲਬ ਕਿ ਲੋਕਾਂ ਦਾ ਸਮਾਂ ਵੇਸਟ ਹੁੰਦਾ ਵਾ, ਉਹਦੇ ਨਾਲ ਮਤਲਬ ਕਿ ਲੋਕਾਂ ਨੂੰ ਸਮਾਂ ਵੇਸਟ ਹੁੰਦਾ ਵਾ ਤੇ ਉਹਨਾਂ ਇੱਥੇ ਇਸ ਇਲਾਕੇ 'ਚ ਪੋਲਿਊਸ਼ਨ ਵੱਧ ਰਿਹਾ ਵਾ ਤੇ ਘੰਟਾ 2-2 ਘੰਟੇ ਜਾਮ ਦੇ ਵਿੱਚ ਫਸਣਾ ਪੈਂਦਾ ਵਾ। ਇਸ ਕਰਕੇ ਮੈਂ ਇਹ ਸਾਰਾ ਮਤਲਬ ਕਿ ਮੁੱਦਾ ਲੈ ਕੇ ਚੱਲਿਆ ਔਰ ਲੋਕਾਂ ਦੀ ਭਾਰੀ ਮੰਗ ਸੀਗੀ, ਲੋਕਾਂ ਨੇ ਇਹ ਕਿਹਾ ਵੀ ਇਹ ਹੋਣਾ ਚਾਹੀਦਾ ਤੇ ਮੈਂ ਉਹਨਾਂ ਦੇ ਆਸ਼ੀਰਵਾਦ ਨਾਲ ਲੱਗਿਆ ਰਿਹਾ। ਤੇ ਮੀਟਿੰਗ ਤੋਂ ਬਾਅਦ ਉਸ ਤੋਂ ਬਾਅਦ ਨੈਕਸਟ 7/8/12 ਨੂੰ ਨੈਸ਼ਨਲ ਹਾਈਵੇ ਦੇ ਜਿਹੜੇ ਕੇਂਦਰੀ ਮੰਤਰੀ ਸੀ ਜੋਸ਼ੀ ਸਾਹਿਬ ਤੇ ਜਿਹੜੇ ਪ੍ਰੋਜੈਕਟ ਡਾਇਰੈਕਟਰ ਸੀਗੇ ਆਪਣੇ ਜਿਹੜੇ ਅੰਬਾਲਾ ਬੈਠਦੇ ਆ ਨੈਸ਼ਨਲ ਹਾਈਵੇ ਦੇ, ਉਹਨਾਂ ਨੂੰ ਮਿਲ ਕੇ ਲੈਟਰਾਂ ਲਿਖੀਆਂ, ਮੈਂ ਆਪਣੇ ਵੱਲੋਂ ਬੇਨਤੀ ਕੀਤੀ ਇਹਦੇ ਵਾਸਤੇ। ਉਸ ਤੋਂ ਬਾਅਦ MP ਸੀ ਜਦੋਂ ਤਿਵਾੜੀ ਸਾਹਿਬ, ਉਸ ਟਾਈਮ ਤਿਵਾੜੀ ਸਾਹਿਬ ਨੂੰ ਜਾ ਕੇ ਸਪੈਸ਼ਲ ਮੈਂ ਦਿੱਲੀ ਮਿਲਿਆ। ਉਹ ਦੱਸ ਸਕਦੇ, ਉਹ ਤੋਂ ਗਵਾਹੀ ਦੇ ਸਕਦੇ ਆ ਉਹ ਵੀ ਮੈਂ ਆਇਆ ਸੀ ਕਿਸ ਮਸਲੇ ਵਾਸਤੇ ਆਇਆ ਸੀਗਾ। ਉਹਨੂੰ ਸਪੈਸ਼ਲ ਜਾ ਕੇ ਮਿਲਿਆ ਤੇ ਉਹਨਾਂ ਤੋਂ ਮਿਲ ਕੇ ਲੈਟਰ ਲਿਖਵਾਈ ਨੈਸ਼ਨਲ ਹਾਈਵੇ ਨੂੰ ਵੀ ਭਾਈ ਬੇਨਤੀ ਕੀਤੀ ਵੀ ਇਹਦਾ ਹੱਲ ਕਰਾ ਕੇ ਦਿਓ। ਨੈਕਸਟ 21/8/12 ਨੂੰ ਜਿਹੜੇ ਸਾਡੇ ਕਮਿਸ਼ਨਰ ਕਾਰਪੋਰੇਸ਼ਨ ਸੀ ਉਹਨਾਂ ਨੇ ਇੱਕ ਲੈਟਰ ਲਿਖ ਕੇ ਜਿਹੜੇ ਮਤਲਬ ਕਿ ਪ੍ਰੋਜੈਕਟ ਡਾਇਰੈਕਟਰ ਸੀਗੇ ਅੰਬਾਲੇ ਦੇ ਵਿੱਚ ਤੇ ਉਹਨਾਂ ਨੂੰ ਲੈਟਰ ਲਿਖੀ ਇਸ ਮਸਲੇ ਵਾਸਤੇ ਵੀ ਇਹਦਾ ਜਿਹੜਾ ਤਾਜਪੁਰ ਤੇ ਮਤਲਬ ਕਿ ਟਿੱਬਾ ਰੋਡ ਤੇ ਫਲਾਈਓਵਰ ਤੇ ਜਲਦੀ ਤੋਂ ਜਲਦੀ ਬਣਾਇਆ ਜਾਵੇ ਦੀ ਮੰਗ ਹੈਗੀ ਆ। ਉਸ ਤੋਂ ਬਾਅਦ 27/9/2014 ਨੂੰ ਪ੍ਰਧਾਨ ਮੰਤਰੀ ਨੂੰ ਮੈਂ ਲੈਟਰ ਲਿਖੀਆਂ, ਮੋਦੀ ਸਾਹਿਬ ਸੀਗੇ ਉਹਨਾਂ ਨੂੰ ਲੈਟਰ ਲਿਖੀ ਇਹਦੇ ਵਾਸਤੇ ਬੇਨਤੀ ਕੀਤੀ। ਤੇ ਉਸ ਤੋਂ ਬਾਅਦ 10/4/15 ਨੂੰ MP ਸਾਹਿਬ ਬਿੱਟੂ ਸਾਹਿਬ ਸੀ ਉਸ ਟਾਈਮ, ਪਹਿਲਾਂ ਤਿਵਾੜੀ ਸਾਹਿਬ ਸੀਗੇ ਉਸ ਟਾਈਮ, ਉਸ ਤੋਂ ਬਾਅਦ ਬਿੱਟੂ ਸਾਹਿਬ ਬਣ ਗਏ। ਬਿੱਟੂ ਜੀ ਤੋਂ ਸਪੈਸ਼ਲ ਮੈਂ ਜਾ ਕੇ ਬੇਨਤੀ ਕਰਕੇ ਉਹਨਾਂ ਤੋਂ ਲੈਟਰ ਲਿਖਵਾਈ। ਸਾਡੇ ਜਿਹੜੇ ਕੇਂਦਰੀ ਮੰਤਰੀ ਪਹਿਲਾਂ ਜੋਸ਼ੀ ਸੀਗੇ, ਉਸ ਤੋਂ ਬਾਅਦ ਗਡਕਰੀ ਜੀ ਬਣ ਗਏ ਸਰਫੇਸ ਟਰਾਂਸਪੋਰਟ ਮਿਨਿਸਟਰ, ਉਹਨਾਂ ਨੂੰ ਲੈਟਰ ਲਿਖਵਾਈ ਔਰ ਮੈਂ ਬੇਨਤੀ ਕੀਤੀ ਵੀ ਇਹ ਬਣਨੀ ਚਾਹੀਦੀ ਹੈ। ਉਸ ਤੋਂ ਬਾਅਦ ਮੈਂ 30/5/15 ਨੂੰ ਆਪਣੇ ਵੱਲੋਂ ਗਡਕਰੀ ਸਾਹਿਬ ਤੇ ਨੈਸ਼ਨਲ ਹਾਈਵੇ ਦੇ ਚੇਅਰਮੈਨ ਜਿਹੜੇ ਉਹਨਾਂ ਨੂੰ ਮੈਂ ਆਪਣੇ ਵੱਲੋਂ ਲੈਟਰ ਲਿਖ ਕੇ ਬੇਨਤੀ ਕੀਤੀ ਇਸ ਬਣਾਉਣ ਵਾਸਤੇ, ਤਾਜਪੁਰ ਰੋਡ ਤੇ ਟਿੱਬਾ ਰੋਡ ਦੇ ਮਤਲਬ ਕਿ ਫਲਾਈਓਵਰ ਬਣਾਉਣ ਵਾਸਤੇ। ਉਸ ਤੋਂ ਬਾਅਦ ਸਾਡੇ ਮੈਨੂੰ ਪਤਾ ਲੱਗਿਆ ਵੀ ਚੀਫ ਜਨਰਲ ਮੈਨੇਜਰ ਨੇ ਨੈਸ਼ਨਲ ਹਾਈਵੇ ਦੇ ਜਿਹੜੇ ਪੰਚਕੂਲਾ ਦਫ਼ਤਰ ਬੈਠਦੇ ਨੇ, ਉਹ ਮੈਨੂੰ ਪਤਾ ਲੱਗਿਆ ਵੀ ਉਹ ਰਾਧਾ ਸਵਾਮੀ ਸਤਸੰਗ ਨਾਲ ਸੰਬੰਧ ਰੱਖਦੇ ਨੇ ਤੇ ਮੈਂ ਸਾਡੇ ਟਿੱਬਾ ਰੋਡ ਤੋਂ ਰਾਧਾ ਸਵਾਮੀ ਸਤਸੰਗ ਘਰ ਦੀ ਟੀਮ ਉਹ ਗਵਾਹ ਬੈਠੀ ਹੈ, ਉਹ ਸਾਰਿਆਂ ਨੂੰ ਨਾਲ ਲੈ ਕੇ ਗਿਆ। ਉੱਥੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਆਹ ਸਾਡਾ ਹੀ ਮਸਲਾ ਵਾ ਤੇ ਇੱਥੇ ਇੰਨੀ ਸੰਗਤ ਆਉਂਦੀ ਹੈ, ਇੰਨੇ ਮੁਹੱਲੇ ਨੇ, ਇੰਨਾ ਇਲਾਕਾ ਵਾ, ਘੱਟੋ ਘੱਟ 50-60 ਹਜ਼ਾਰ ਲੋਕਾਂ ਨੂੰ ਕਈ ਕਿਲੋਮੀਟਰ ਘੁੰਮ ਕੇ ਆਉਣਾ ਪੈਂਦਾ ਤੇ ਇਹ ਬੇਨਤੀ ਪ੍ਰਵਾਨ ਕਰੋ। ਉਹਨਾਂ ਨੇ ਮੰਨਿਆ ਵੀ ਵਾਕਈ ਇਹ ਮਤਲਬ ਕਿ ਕਾਫੀ ਵੱਡਾ ਸਮੱਸਿਆ ਵਾ, ਜਿਹਦੇ ਵਾਸਤੇ ਮੈਂ ਸਪੈਸ਼ਲ ਨਕਸ਼ੇ ਬਣਾ ਕੇ ਲੈ ਗਿਆ। ਉਹਨਾਂ ਨੂੰ ਦੱਸਿਆ ਵੀ ਇੰਨੀ ਆਬਾਦੀ ਹੈ, ਇੰਨੇ ਮਤਲਬ ਕਿ ਦੂਰੋਂ ਘੁੰਮ ਕੇ ਆਉਣਾ ਪੈਂਦਾ, ਉਹ ਵੀ ਮੈਂ ਸਪੈਸ਼ਲ ਦੱਸਿਆ ਉਹਨਾਂ ਨੂੰ। ਉਹ ਦੱਸ ਕੇ ਉਹਨਾਂ ਨੇ ਮੰਨਿਆ ਵੀ ਠੀਕ ਹੈ ਇਹ ਹੋਣਾ ਚਾਹੀਦਾ ਵਾ। ਉਹਨਾਂ ਨੇ ਉਸ ਤੋਂ ਬਾਅਦ ਮੇਰੀ ਲੈਟਰ ਅੱਗੇ ਤੋਰੀ ਤੇ ਨੈਕਸਟ ਪੰਚਕੂਲਾ ਮਿਲੇ ਤੇ 5/5/19 ਨੂੰ ਮੈਂ ਉਸ ਤੋਂ ਪਹਿਲਾਂ ਜਿਹੜੀ MP ਇਲੈਕਸ਼ਨ ਹੋਈ ਮੈਂ ਕਾਂਗਰਸ ਸ਼ਾਮਲ ਹੋ ਗਿਆ। ਸਾਡੇ ਬਿੱਟੂ ਜੀ MP ਜੀ ਉਸ ਟਾਈਮ ਸੀਗੇ ਤੇ ਉਸ ਟਾਈਮ ਉਹਨਾਂ ਦੀ ਰੈਲੀ ਰੱਖੀ ਗਈ। 4 ਤੋਂ 5 ਹਜ਼ਾਰ ਦੀ ਗੈਦਰਿੰਗ ਇਸ ਪਾਸੇ ਇੱਥੇ ਹੋਈ, ਜਿਹਦੇ ਗਵਾਹ ਵਾ ਮੈਂ ਆਪਣੇ ਪੇਜ ਦੇ ਉੱਤੇ ਲਾਈਵ ਕੀਤਾ ਉਸ ਡੇਟ ਦਾ। ਮੇਰਾ ਪੇਜ ਖੋਲ੍ਹ ਕੇ ਦੇਖ ਸਕਦੇ ਹੋ, ਉਹੀ ਡੇਟ ਹੈ। ਔਰ ਇੱਕੋ ਇੱਕ ਮੰਗ ਰੱਖੀ ਬਿੱਟੂ ਜੀ ਤੋਂ ਵੀ ਜਿੱਦਣ ਤੁਸੀਂ MP ਬਣ ਗਏ ਇਹ ਤਾਜਪੁਰ ਤੇ ਟਿੱਬਾ ਰੋਡ ਦਾ ਮਤਲਬ ਕਿ ਜਿਹੜਾ ਫਲਾਈਓਵਰ ਬਣਾਉਣਾ ਤੇ ਸਾਨੂੰ ਇੱਥੇ ਜਿਹੜਾ ਸ਼ਹਿਰ ਵੱਲੋਂ ਸਾਡਾ ਨਾਤਾ ਟੁੱਟ ਗਿਆ, ਸ਼ਹਿਰ ਵੱਲੋਂ ਅਸੀਂ ਕੱਟ ਗਏ ਹਾਂ ਤੇ ਸਾਨੂੰ ਇਹਨਾਂ ਨਾਲ ਜੋੜਿਆ ਜਾਵੇ। ਤੇ ਉਹਨਾਂ ਨੇ ਇਹ ਭਰੋਸਾ ਦਿਵਾਇਆ ਵੀ ਮਤਲਬ ਕਿ ਜਿੱਤਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਇਹੀ ਕੰਮ ਕਰੂੰਗਾ। ਉਸ ਤੋਂ ਨੈਕਸਟ 25/11/19 ਨੂੰ ਉਸ ਘੱਟੋ ਘੱਟ ਹਜ਼ਾਰਾਂ ਬੰਦੇ ਅਸੀਂ DC ਸਾਹਿਬ ਕੋਲ ਗਏ, ਉਹ ਵੀ ਮੇਰੇ ਕੋਲ ਔਨ ਰਿਕਾਰਡ ਹੈ। ਸਾਰੇ ਅਖਬਾਰਾਂ ਨੇ ਖਬਰਾਂ ਲਾਈਆਂ, ਇਸ ਚੀਜ਼ ਦੀਆਂ ਖਬਰਾਂ ਲਾਈਆਂ ਤੇ ਸਾਰੇ ਇੰਗਲਿਸ਼ ਟ੍ਰਿਬਿਊਨ ਨੇ, ਇੰਗਲਿਸ਼ ਅਖਬਾਰਾਂ ਨੇ, ਹਿੰਦੀ ਅਖਬਾਰਾਂ ਨੇ, ਪੰਜਾਬੀ ਅਖਬਾਰਾਂ ਨੇ, ਸਾਰੀਆਂ ਖਬਰਾਂ ਲਾਈਆਂ। ਇਹ ਵਾਸਤੇ DC ਕੋਲ ਬੇਨਤੀ ਕੀਤੀ ਤੇ ਉਹਨਾਂ ਨੇ ਇੱਕ ਲੈਟਰ ਲਿਖ ਕੇ ਪੂਰਜੋਬ ਮੰਗ ਕੀਤੀ ਇਸ ਦੀ ਵੀ ਇਸ ਇਲਾਕੇ 'ਚ ਮਤਲਬ ਕਿ ਵਾਕਈ ਹੀ ਜ਼ਰੂਰਤ ਆ। ਨੈਕਸਟ ਅਸੀਂ ਮੈਂ ਆਪਣੇ ਮੰਤਰੀ ਭਾਰਤ ਭੂਸ਼ਣ ਆਸ਼ੀਸ਼ ਜਿਹੜੇ ਕੈਬਨਿਟ ਮੰਤਰੀ ਨੇ ਪੰਜਾਬ ਦੇ ਤੇ ਮੈਂ ਉਹਨਾਂ ਨਾਲ ਜੁੜਿਆ ਸੀ, ਮੈਨੂੰ ਉਹਨਾਂ ਨੇ ਸ਼ਾਮਲ ਕੀਤਾ ਸੀਗਾ ਔਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਇਹ ਸਾਡੀ ਬਹੁਤ ਵੱਡੀ ਮੰਗ ਆ ਤੇ ਇਹ ਮੰਗ ਪੂਰੀ ਨਹੀਂ ਹੋ ਰਹੀ, ਮਤਲਬ ਕਿ ਜਿਹੜੀ ਫਾਈਲ ਰਸਤੇ 'ਚ ਰੁਕੀ ਪਈ ਆ ਇਹ ਫਾਈਲ ਨੂੰ ਅੱਗੇ ਤੋਰ ਕੇ ਤੇ ਸਾਡਾ ਹੱਲ ਕਰਾਇਆ ਜਾਵੇ। ਤੇ ਉਹਨਾਂ ਜਦੋਂ ਵੀ ਮੈਂ ਉਹਨਾਂ ਨੂੰ ਫੋਨ ਕਰਨਾ, ਜਦੋਂ ਵੀ ਮਿਲਣਾ, ਮੈਂ ਇੱਕੋ ਹੀ ਮੰਗ ਰੱਖਣੀ, ਪਹਿਲਾਂ ਆਹ ਹੱਲ ਕਰਾ ਕੇ ਦਿਓ। ਕਿਉਂਕਿ ਮੈਨੂੰ ਪਤਾ ਸੀ SS ਜਿਹੜੇ ਸੰਧੂ ਨੇ, ਜਿਹੜੇ ਪਹਿਲਾਂ ਕਾਰਪੋਰੇਸ਼ਨ ਕਮਿਸ਼ਨਰ ਆਪਣੇ ਇੱਥੇ ਲੁਧਿਆਣੇ ਰਹਿ ਚੁੱਕੇ ਨੇ, ਉਹ ਨੈਸ਼ਨਲ ਹਾਈਵੇ ਦੇ ਚੇਅਰਮੈਨ ਬਣ ਚੁੱਕੇ ਸੀਗੇ।
ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਹਾਡਾ ਉਹਨਾਂ ਨਾਲ ਬਹੁਤ ਪ੍ਰੇਮ ਆ ਤੇ ਤੁਸੀਂ ਜਾ ਕੇ ਉਹਨਾਂ ਨਾਲ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕਰਕੇ ਜਿਹੜੀ ਫਾਈਲ ਰੁਕੀ ਹੋਈ ਹੈ ਇਹ ਤੋੜ ਕੇ ਸਾਡਾ ਮਸਲਾ ਹੱਲ ਕਰਾਇਆ ਜਾਵੇ। ਔਰ ਉਹਨਾਂ ਨੇ ਜਾ ਕੇ ਸਪੈਸ਼ਲ ਟਾਈਮ ਲੈ ਕੇ ਔਰ ਮੇਅਰ ਸਾਹਿਬ ਨੂੰ ਨਾਲ ਲੈ ਕੇ ਇਹਨਾਂ ਦੇ ਮਤਲਬ ਕਿ ਮੀਟਿੰਗ ਕੀਤੀ ਐਸ ਸੰਧੂ ਨਾਲ, ਨੈਸ਼ਨਲ ਹਾਈਵੇ ਦੇ ਚੇਅਰਮੈਨ ਨਾਲ। ਔਰ ਮੈਂ ਉਸ ਟਾਈਮ ਨਹੀਂ ਜਾ ਸਕਿਆ ਕਿਉਂਕਿ ਮੈਂ ਆਪਣੇ ਘਰੇਲੂ ਕੰਮ 'ਚ ਮੇਰਾ ਕੋਈ ਘਰੇਲੂ ਪ੍ਰੋਗਰਾਮ ਸੀ ਉਸ ਟਾਈਮ ਰੱਖਿਆ ਹੋਇਆ, ਮੈਂ ਉਸ ਟਾਈਮ ਨਹੀਂ ਜਾ ਸਕਿਆ। ਤੇ ਉਹਨਾਂ ਨੇ ਇਸ ਮੀਟਿੰਗ ਦਾ ਹੱਲ ਕਰਕੇ ਤੇ ਉੱਥੋਂ ਓਕੇ ਕਰਾਇਆ। ਉਸ ਤੋਂ ਬਾਅਦ ਟੀਮ ਆਈ ਨੈਸ਼ਨਲ ਹਾਈਵੇ ਦੀ 5/3/20 ਨੂੰ, ਇਹ ਵੀ ਮੇਰੇ ਪੇਜ ਦੇ ਉੱਪਰ ਲਾਈਵ ਹੈ। ਨੈਸ਼ਨਲ ਹਾਈਵੇ ਦੀਆਂ ਗੱਡੀਆਂ ਖੜੀਆਂ ਨੇ ਔਰ ਮੈਂ ਨਾਲ ਫੋਟੋ ਦੇ ਵਿੱਚ ਮੌਜੂਦ ਹਾਂ। ਤੇ ਜਦੋਂ ਸਰਵੇ ਕਰਨ ਆਏ ਨੇ, ਜਦੋਂ ਸਰਵੇ ਕਰਨ ਆਏ ਨੇ ਉਹ ਸਰਵੇ ਕਰਕੇ ਗਏ ਤੇ ਉਹਨਾਂ ਨੇ ਉਸ ਟਾਈਮ ਹੀ ਹਰੀ ਝੰਡੀ ਦਿੱਤੀ ਕਿਉਂਕਿ ਉਹਦੇ ਨਾਲ ਜਦੋਂ ਮੌਕੇ ਤੇ ਟੀਮ ਆਈ ਉਹਦੇ 'ਚ ਪ੍ਰੋਜੈਕਟ ਡਾਇਰੈਕਟਰ ਸੀਗੇ ਉਹ ਵੀ ਨਾਲ ਸੀਗੇ ਔਰ ਬੜੇ ਵੱਡੇ ਅਫਸਰ ਨਾਲ ਸੀ। ਉਹਨਾਂ ਨੇ ਉਸੇ ਟਾਈਮ ਹਰੀ ਝੰਡੀ ਦਿੱਤੀ ਵੀ ਹਾਂ ਵੀ ਇਹ ਓਕੇ ਆ, ਇਹ ਬਣਨਾ ਚਾਹੀਦਾ। ਉਸ ਤੋਂ ਬਾਅਦ ਅੱਜ ਬਣ ਕੇ ਇਹ ਤਿਆਰ ਹੋ ਗਿਆ ਔਰ ਟੈਂਡਰ ਹੋ ਕੇ ਸਾਰਾ ਕੰਪਨੀ ਨੂੰ ਅਲਾਟ ਹੋ ਗਿਆ ਕੰਮ। ਇਹ ਤਕਰੀਬਨ 115 ਕਰੋੜ ਦਾ ਕੰਮ ਸੀ। ਇਹ 115 ਕਰੋੜ ਦਾ ਕੰਮ ਦੇ ਵਿੱਚ ਮਤਲਬ ਕਿ ਜਿਹੜਾ ਟਿੱਬਾ ਰੋਡ ਦਾ ਤੇ ਤਾਜਪੁਰ ਰੋਡ ਦਾ ਫਲਾਈਓਵਰ ਆ ਇਹ ਤਕਰੀਬਨ 35 ਕਰੋੜ ਦੇ ਆਸੇ-ਪਾਸੇ 115 ਕਰੋੜ ਚੋਂ, ਤੇ ਬਾਕੀ ਸ਼ੇਰਪੁਰ ਦੇ ਦੋਨੇ ਆਸੇ-ਪਾਸੇ ਜਿੱਥੇ ਸ਼ੇਰਪੁਰ ਔਸਵਾਲ ਹਸਪੀਟਲ ਆ ਉਹਦੇ ਦੋਨੇ ਆਸੇ-ਪਾਸੇ ਪੁਲ ਬਣਨੇ ਉਹ ਵੀ ਇਹਦੇ ਵਿੱਚ ਹੈ। ਇੱਕ ਜਿਹੜਾ ਅਪੋਲੋ ਹਸਪੀਟਲ ਹੈ, ਅਪੋਲੋ ਹਸਪੀਟਲ ਤੋਂ ਇਹਨਾਂ ਨੇ ਰਸਤਾ ਉੱਪਰ ਨੂੰ ਦੇਣਾ ਵਾ ਉਹ ਵੀ ਉਹਦੇ ਵਿੱਚ ਹੈ। ਇਹ ਸਾਰਾ ਪ੍ਰੋਜੈਕਟ 115 ਕਰੋੜ ਦਾ ਤੇ ਪਾਸ ਹੋ ਕੇ ਰਾਮ ਕੁਮਾਰ ਐਂਡ ਕੰਪਨੀ ਨੂੰ ਇਹ ਅਲਾਟ ਹੋ ਗਿਆ ਤੇ ਉਹਨਾਂ ਦੀ ਟੀਮ ਅੱਜ ਆ ਗਈ ਹੈ। ਇਸ ਕਰਕੇ ਮੈਂ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਸੀਗੀ ਇਹ ਲੋਕਾਂ ਨੂੰ ਸੰਗਤਾਂ ਨੂੰ ਵਧਾਈ ਦੇਣ ਵਾਸਤੇ, ਕਿਉਂਕਿ ਸੰਗਤਾਂ ਦੇ ਆਸ਼ੀਰਵਾਦ ਨਾਲ ਅੱਜ ਜੋ ਕੁਛ ਵੀ ਆ 5 ਇਲੈਕਸ਼ਨ ਲੜੇ ਨੇ ਸੰਗਤਾਂ ਦੇ ਆਸ਼ੀਰਵਾਦ ਨਾਲ ਲੜੇ ਨੇ ਔਰ ਸੰਗਤਾਂ ਨੂੰ ਵਧਾਈ ਵੀ ਦੇਣ ਵਾਸਤੇ ਅੱਜ ਮੈਂ ਸਰਕਾਰ ਜੋ ਸੰਗਤਾਂ ਨੂੰ ਵਧਾਈ ਵੀ ਦੇਣਾ ਤੇ ਖਾਸ ਕਰਕੇ ਸ਼੍ਰੀ ਭਾਰਤ ਭੂਸ਼ਣ ਜੀ ਆਸ਼ੂ ਜੀ ਤੇ ਬਿੱਟੂ ਜੀ ਤੇ ਭਾਰਤ ਭੂਸ਼ਣ ਆਸ਼ੂ ਜਿਹੜੇ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਦੇ, ਉਹਨਾਂ ਨੇ ਦਿਲੋਂ ਲੱਗ ਕੇ ਦਿਲੋਂ ਮਿਲ ਕੇ ਇਹਨੂੰ ਇੰਟਰਸਟ ਲੈ ਕੇ ਇਹਦਾ ਹੱਲ ਕਰਾਇਆ। ਉਹਨਾਂ ਦਾ ਧੰਨਵਾਦ ਕਰਦਾ ਔਰ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਵੀ ਇਹ ਇਸੇ ਤਰ੍ਹਾਂ ਹੀ ਅਸੀਂ ਇਕੱਠੇ ਹੋ ਕੇ ਸੰਗਤਾਂ ਆਸ਼ੀਰਵਾਦ ਰੱਖਣ। ਇਸ ਇਲਾਕੇ ਦੇ ਵਿੱਚ ਜਿਹੜੀ ਸਮੱਸਿਆ ਵਾ ਇਹ ਫਲਾਈਓਵਰ ਬਣ ਕੇ ਬਲਕਿ ਜਿਹੜੀ ਤੁਹਾਨੂੰ ਦੱਸਿਆ ਪਹਿਲਾਂ ਦੱਸ ਕੇ ਹਟਿਆ, ਇੱਥੇ ਜੇ ਨਹੀਂ ਫਲਾਈਓਵਰ ਬਣਦਾ ਸੀਗਾ ਇਹ ਫਲਾਈਓਵਰ ਬਣ ਤੋਂ ਬਾਅਦ ਸਾਡੀ ਜਿਹੜੀ ਮਤਲਬ ਕਿ ਕਈ ਕਿਲੋਮੀਟਰ ਘੁੰਮ ਕੇ ਆਉਣਾ ਪੈਂਦਾ, ਉਹਦੀ ਸਮੱਸਿਆ ਦਾ ਹੱਲ ਹੋ ਜਾਣਾ। ਜਿਹੜਾ ਲੋਕਾਂ ਦਾ ਸਮਾਂ ਵੇਸਟ ਹੁੰਦਾ ਉਹਦੀ ਸਮੱਸਿਆ ਦਾ ਹੱਲ ਹੋ ਜਾਣਾ। ਜਿਹੜਾ ਲੋਕਾਂ ਦਾ ਪੈਟਰੋਲ ਡੀਜ਼ਲ ਵੇਸਟ ਹੁੰਦਾ ਉਹਦਾ ਸਮੱਸਿਆ ਦਾ ਹੱਲ ਹੋ ਜਾਣਾ। ਜਿਹੜੇ ਕਈ ਘੰਟੇ ਜਾਮ ਲੱਗਦਾ ਉਹਦੀ ਸਮੱਸਿਆ ਦਾ ਹੱਲ ਹੋ ਜਾਣਾ। ਔਰ ਮੈਂ ਦੱਸਣਾ ਚਾਹੁੰਦਾ ਸਾਡੇ ਇਹ ਸਾਰਾ ਲੇਬਰ ਏਰੀਆ ਵਾ, ਲੇਬਰ ਏਰੀਆ ਕਰਕੇ ਤਕਰੀਬਨ ਜ਼ਿਆਦਾ ਤੋਂ ਜ਼ਿਆਦਾ ਲੋਕ ਮਤਲਬ ਕਿ ਲੇਬਰ ਏਰੀਆ ਮਤਲਬ ਕਿ ਮਿਹਨਤਕਸ਼ ਲੋਕ ਨੇ ਉਹ ਸਾਈਕਲਾਂ 'ਤੇ ਆਉਂਦੇ ਨੇ। ਪਹਿਲਾਂ ਸਵੇਰ ਤੋਂ ਸ਼ਾਮ ਤੱਕ ਉਹ ਸਾਈਕਲ 'ਤੇ ਮਿਲ ਕੇ ਜਾ ਕੇ ਮਿਹਨਤ ਕਰਦੇ ਨੇ, ਥਕਾਵਟ ਹੁੰਦੀ ਉਦੋਂ ਬਾਅਦ ਕਈ ਕਿਲੋਮੀਟਰ ਫਿਰ ਸਾਈਕਲ 'ਤੇ ਘੁੰਮ ਕੇ ਆਉਣਾ ਪੈਂਦਾ। ਉਹਨਾਂ ਦਾ ਮਸਲਾ ਦਾ ਹੱਲ ਹੋਊ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦਿੰਦਾ ਤੇ ਤੁਹਾਡਾ ਧੰਨਵਾਦ ਵੀ ਕਰਦਾ, ਤੁਸੀਂ ਹਮੇਸ਼ਾ ਆਸ਼ੀਰਵਾਦ ਰੱਖਿਆ। ਸਵਾਲ ਹੈਗਾ ਵਾ ਉਦਘਾਟਨ ਹੋ ਗਿਆ, ਤੁਸੀਂ ਉਦਘਾਟਨ ਦੇ ਮੌਜੂਦ ਨਹੀਂ ਸੀਗੇ, ਤੁਸੀਂ 2019 ਵਾਲੀ ਵੀਡੀਓ ਦਿਖਾ ਰਹੇ ਹੋ, ਤੁਸੀਂ ਬਿਲਕੁਲ ਮੰਗ ਕਰਦੇ ਨਜ਼ਰ ਆ ਰਹੇ ਹੋ। ਥੱਲੇ ਐਮਐਲਏ ਸੰਜੇ ਤਲਵਾੜ ਹੋਰੀ ਵੀ ਬੈਠੇ ਨੇ, ਤੁਹਾਡਾ ਤਾਲਮੇਲ ਕਿਉਂ ਨਹੀਂ ਬੈਠਿਆ ਹੈਗਾ? ਇੱਕ ਵੱਡਾ ਚਿਹਰਾ ਤੁਸੀਂ ਸੀਗੇ ਤੇ ਉਧਰੋਂ ਐਮਐਲਏ ਦਾ ਹੈਗੇ ਨਾ, ਤੁਸੀਂ ਇੱਕ ਪਹਿਲਾਂ ਲੋਕ ਇਨਸਾਫ ਪਾਰਟੀ ਦੇ, ਤੁਸੀਂ ਫਿਰ ਆਜ਼ਾਦ ਵੀ ਇਲੈਕਸ਼ਨ ਲੜੀ ਆ, ਤੁਹਾਨੂੰ ਕੌਂਸਲਰ ਵੇਲੇ ਵੀ ਐਡਾ ਮਾਣ ਸਤਿਕਾਰ ਲੋਕਾਂ ਨੇ ਇੱਥੋਂ ਦਿੱਤਾ ਵਾ, ਇੱਕ ਵੱਡਾ ਚਿਹਰਾ ਸੀ। ਤਾਲਮੇਲ ਨਾ ਬੈਠਣ ਦਾ ਕਾਰਨ ਕੀ ਆ ਕਿ ਤੁਹਾਨੂੰ ਇਸ ਖੁਸ਼ੀ ਨਾਲੋਂ ਜ਼ਿਆਦਾ ਦਰਦ ਇਹ ਨਹੀਂ ਝਲਕ ਰਿਹਾ ਵੀ ਤੁਹਾਨੂੰ ਉਦਘਾਟਨ 'ਤੇ ਨਹੀਂ ਸੱਦਿਆ ਗਿਆ ਜਾਂ ਤੁਸੀਂ ਅਣਦੇਖੀ ਕੀਤੀ ਗਈ ਹੈ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਨੂੰ ਦੁੱਖ ਨਹੀਂ, ਮੈਨੂੰ ਖੁਸ਼ੀ ਹੈ। ਮੈਂ ਤਾਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਵੀ 10 ਸਾਲ ਦੀ ਜਦ 2011 ਤੋਂ ਲੈ ਕੇ ਅੱਜ ਜਨਵਰੀ 2021 ਆ ਗਈ ਆ ਔਰ 10 ਸਾਲ ਦੇ ਵਿੱਚ ਮਿਲ ਕੇ ਜਿਹੜੀ ਇਹ ਮਿਹਨਤ ਸੀਗੀ, ਲੋਕਾਂ ਦਾ ਆਸ਼ੀਰਵਾਦ ਸੀਗਾ, ਇਹ ਅੱਜ ਮਿਲ ਕੇ ਫਲ ਮਿਲਿਆ ਵਾ। ਅੱਜ ਲੋਕਾਂ ਨਾਲ ਮਿਲ ਕੇ ਜਿਹੜਾ ਸਮੱਸਿਆ ਸੀ ਉਹਦਾ ਹੱਲ ਹੋਇਆ। ਮੈਂ ਉਹ ਖੁਸ਼ੀ ਖਾਂਜੀ ਕਰਨਾ ਚਾਹੁੰਦਾ। ਜਿਹੜੀ ਤੁਸੀਂ ਉਦਘਾਟਨ ਦੀ ਗੱਲ ਕਰਦੇ ਹੋ, ਉਦਘਾਟਨ ਜਿਹੜਾ ਵਾ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਦਾ ਉਦਘਾਟਨ ਕੌਣ ਕਰ ਸਕਦਾ? ਮੇਰੇ ਨਾਲ ਤੁਸੀਂ ਵੱਧ ਜਾਣਦੇ ਹੋ, ਕਿਉਂਕਿ ਇੱਕ ਜਾਂ ਨਾ ਮੈਂ ਨਾ ਕੋਈ ਐਮਐਲਏ ਇਸ ਮਤਲਬ ਕਿ ਪ੍ਰੋਜੈਕਟ ਦਾ ਉਦਘਾਟਨ ਨਹੀਂ ਕਰ ਸਕਦਾ। ਇਸ ਪ੍ਰੋਜੈਕਟ ਦਾ ਉਦਘਾਟਨ ਜਾਂ ਤਾਂ ਕੋਈ ਕੇਂਦਰੀ ਮੰਤਰੀ ਕਰ ਸਕਦਾ ਜਾਂ ਕੋਈ ਪੰਜਾਬ ਦਾ ਮੰਤਰੀ ਕਰ ਸਕਦਾ ਜਾਂ ਕੋਈ ਐਮਪੀ ਕਰ ਸਕਦਾ ਵਾ, ਨਾ ਕੋਈ ਕਿ ਐਮਐਲਏ ਕਰ ਸਕਦਾ। ਇਹ ਤਾਂ ਸਿਰਫ ਤੇ ਵੋਟਾਂ ਦੀ ਰਾਜਨੀਤੀ ਆ। ਉਹੀ ਨਾ ਤਾਲਮੇਲ ਕਿਉਂ ਨਹੀਂ ਸੀਗਾ ਜੀ? ਤਾਲਮੇਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤਾਲਮੇਲ ਇਸ ਕਰਕੇ ਨਹੀਂ ਆ। ਮੈਂ ਜਦੋਂ ਇਹ 5 ਇਲੈਕਸ਼ਨ ਲੜੇ ਨੇ ਆਜ਼ਾਦ ਤੌਰ ਤੇ ਸੰਗਤਾਂ ਦੇ ਆਸ਼ੀਰਵਾਦ ਨਾਲ, ਸੰਗਤਾਂ ਦੀ ਟਿਕਟ ਤੇ ਉੱਤੇ 5 ਬਲਕਿ ਵੱਡੀ ਲੀਡ ਮਿਲੀ ਤੇ ਵੱਡੇ ਮਿਲ ਕੇ ਵੋਟਾਂ ਪਈਆਂ ਤੇ ਉਹ ਕਿਤੇ ਨਾ ਕਿਤੇ ਐਮਐਲਏ ਨੂੰ ਡਰ ਆ ਵੀ ਇਹ ਮਿਲ ਕੇ ਮੈਨੂੰ ਠਿੱਬੀ ਨਾਲ ਲਾ ਜਾਵੇ। ਉਹ ਇਸ ਕਰਕੇ ਜਾਣ ਬੁੱਝ ਕੇ ਮਿਲ ਕੇ ਮੈਨੂੰ ਨਾਲ ਨਹੀਂ ਲੈ ਕੇ ਚੱਲ ਰਿਹਾ, ਆਪਣੀ ਮਨਮਰਜ਼ੀ ਨਾਲ ਮਿਲ ਕੇ ਮੇਰੇ ਖਿਲਾਫ ਵੀ ਬੋਲ ਰਿਹਾ ਤੇ ਮਿਲ ਕੇ ਆਪਣੀ ਮਨਮਰਜ਼ੀ ਨਾਲ ਇਹੋ ਜਿਹੇ ਮਿਲ ਕੇ ਪੁੱਠੇ ਸਿੱਧੇ ਕੰਮ ਵੀ ਕਰ ਰਿਹਾ ਵੀ ਮੈਂ ਕਦੇ ਵੋਟਾਂ ਲਊਂ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਲੋਕ ਬਹੁਤ ਜ਼ਿਆਦਾ ਸਿਆਣੇ ਨੇ, ਬਹੁਤ ਸਮਝਦਾਰ ਨੇ, ਬਹੁਤ ਪੜ੍ਹੇ ਲਿਖੇ ਨੇ ਔਰ ਤੇਰੇ ਨਾਲੋਂ ਵੱਧ ਪੜ੍ਹੇ ਲਿਖੇ ਨੇ ਔਰ ਉਹ ਜਾਣਦੇ ਨੇ ਵੀ ਕੰਮ ਕੌਣ ਕਰਦਾ ਤੇ ਝੁੱਸੀਆਂ ਚਲਾਕੀਆਂ ਕੌਣ ਕਰਦਾ ਵਾ। ਇਹ ਦੱਸਣਾ ਚਾਹੁੰਦਾ ਵੀ ਇਹ ਪ੍ਰਮਾਤਮਾ ਦੀ ਕਿਰਪਾ ਨਾਲ, ਸੰਗਤਾਂ ਦੇ ਆਸ਼ੀਰਵਾਦ ਨਾਲ ਤੇ ਸ਼੍ਰੀ ਭਾਰਤ ਭੂਸ਼ਣ ਆਸ਼ੂ ਦੇ ਆਸ਼ੀਰਵਾਦ ਨਾਲ
ਤੇ ਇਹ ਜਿਹੜਾ ਕੰਮ ਜਿਹੜਾ ਤਾਜਪੁਰ ਰੋਡ ਤੇ ਟਿੱਬਾ ਰੋਡ ਦੇ ਫਲਾਈਓਵਰ ਦਾ ਉਹ ਸਿਰੇ ਚੜਿਆ, ਉਹਦੇ ਵਾਸਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ। ਸਾਹਿਬ ਤੁਸੀਂ 2017 ਚ ਇਲੈਕਸ਼ਨ ਲੜੇ, ਤੁਸੀਂ ਪਹਿਲਾਂ ਆਜ਼ਾਦ ਲੜੇ ਹੋ, ਵਧੀਆ ਤੁਹਾਨੂੰ ਲੋਕਾਂ ਨੇ ਮਾਣ ਸਤਿਕਾਰ ਦਿੱਤਾ, 22,000 ਵੋਟ ਦਿੱਤੀ ਆ, ਹਾਰ ਜਿੱਤ ਬਣੀ ਹੋਈ ਆ, ਅਲੱਗ ਚੀਜ਼ ਹੈਗੀ ਆ। ਦੁਬਾਰਾ 2017 ਚ ਇਲੈਕਸ਼ਨ ਹੁੰਦੀ ਆ ਤਾਂ ਤੁਸੀਂ ਦੂਜੇ ਨੰਬਰ ਤੇ ਹੋਣੇ ਹੋ, ਉਹ ਵੀ ਇੱਕ ਮੈਂ ਕਹਿ ਸਕਦਾ ਵੱਡਾ ਇੱਕ ਤੁਹਾਨੂੰ ਲੋਕਾਂ ਨੇ ਇੱਥੋਂ ਮੈਂਡੇਟ ਦਿੱਤਾ ਵਾ। ਸੋ 2019 ਤੁਸੀਂ ਕਾਂਗਰਸ ਪਾਰਟੀ ਸ਼ਾਮਲ ਹੁੰਦੇ ਹੋ, ਕੀ ਕਾਰਨ ਰਹੇ ਤੁਹਾਨੂੰ ਕਾਂਗਰਸ ਪਾਰਟੀ ਦੇ ਇੱਥੇ MLA ਮੌਜੂਦਾ ਹੈਗਾ ਵਾ, ਤੁਹਾਨੂੰ ਇੱਥੇ ਕਾਂਗਰਸ ਪਾਰਟੀ ਸ਼ਾਮਲ ਹੋ ਕੇ ਤੇ ਕਿਵੇਂ ਤੁਸੀਂ ਮਹਿਸੂਸ ਕਿੱਦਾਂ ਹੋ ਰਿਹਾ ਤੁਹਾਨੂੰ ਫਿਰ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ, ਸੰਗਤਾਂ ਨੇ ਬਹੁਤ ਵੱਡਾ ਆਸ਼ੀਰਵਾਦ ਦਿੱਤਾ। ਪਹਿਲਾਂ ਆਜ਼ਾਦ ਤੌਰ ਤੇ 22,500 MLA ਵਿੱਚ, ਫਿਰ 41,000 ਵੋਟ MLA ਵਿੱਚ, ਫਿਰ 3 ਵਾਰੀ ਕੌਂਸਲਰ ਤੇ ਪਿਛਲੀ ਵਾਰੀ ਪੂਰੇ ਪੰਜਾਬ 'ਚੋਂ ਸਭ ਤੋਂ ਵੱਧ ਲੀਡ ਮੈਨੂੰ ਦਿੱਤੀ ਸੰਗਤਾਂ ਨੇ। ਪਰ ਜਿਹੜਾ ਪਿਛਲੀ ਵਾਰੀ ਮਿਲ ਕੇ ਕਾਂਗਰਸ ਸ਼ਾਮਲ ਹੋਣ ਦਾ ਇੱਕੋ ਇੱਕ ਮਕਸਦ ਸੀ, ਜਦੋਂ ਮੇਰੇ ਕੋਲ ਕਾਂਗਰਸ ਪਾਰਟੀ ਵਾਲੇ ਆਏ MP ਇਲੈਕਸ਼ਨ ਤੋਂ ਪਹਿਲਾਂ, ਉਹ ਕਹਿੰਦੇ ਮਿਲ ਕੇ ਕਾਂਗਰਸ ਪਾਰਟੀ 'ਚ ਆਓ ਤੇ ਤੁਹਾਡੇ ਵਰਗੇ ਸਾਥੀਆਂ ਦੀ ਲੋੜ ਹੈ। ਔਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਮੈਂ ਮਿਲ ਕੇ ਨਹੀਂ ਜਾਣਾ ਚਾਹੁੰਦਾ ਕਿਤੇ, ਪਰ ਮੇਰੇ ਸਾਥੀਆਂ ਨੇ ਇਹ ਫੈਸਲਾ ਕੀਤਾ ਵੀ ਅੱਜ 12-13 ਸਾਲ ਹੋ ਗਏ ਆਪਾਂ ਲੋਕਾਂ ਨੂੰ ਮਿਲ ਕੇ ਨਾਲ ਲਈ ਫਿਰਦੇ ਹਾਂ, ਲੋਕਾਂ ਦੇ ਇਸ ਇਲਾਕੇ ਦੇ ਕੰਮ ਕਰਾਉਣ ਦੀ ਜ਼ਰੂਰਤ ਆ। ਅੱਜ ਆਪਾਂ ਸਰਕਾਰ ਆਪਾਂ ਨੂੰ ਬੁਲਾ ਰਹੀ ਆ, ਆਪਾਂ ਇਸ ਇਲਾਕੇ ਦੇ ਕੰਮ ਕਰਾਈਏ। ਔਰ ਮੈਂ ਉਸ ਟਾਈਮ ਮੰਗ ਵੀ ਸਪੈਸ਼ਲ ਇਹੀ ਰੱਖੀ ਸਾਰਿਆਂ ਕੋਲ, ਮਤਲਬ ਕਿ ਚਾਹੇ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਸੀਗਾ, ਤੁਸੀਂ ਪੁੱਛ ਸਕਦੇ ਹੋ ਉਹਨਾਂ ਨੂੰ, ਚਾਹੇ MP ਬਿੱਟੂ ਜੀ ਸੀ, ਉਹਨਾਂ ਨੂੰ ਪੁੱਛ ਸਕਦੇ ਹੋ ਜਾ ਕੇ। ਮੈਂ ਉਹਨਾਂ ਕੋਲ ਮੰਗ ਰੱਖੀ ਵੀ ਮੇਰੇ ਇਲਾਕੇ ਦੇ ਕੰਮ ਹੋਣੇ ਚਾਹੀਦੇ ਆ। ਮੈਂ ਸਿਰਫ ਤੇ ਸਿਰਫ ਕੰਮ ਕਰਕੇ ਸ਼ਾਮਲ ਹੋ ਰਿਹਾ। ਮੈਂ ਆਜ਼ਾਦ ਤੌਰ ਤੇ ਕਿਤੇ ਨਾ ਕਿਤੇ ਕਮੀ ਰਹਿੰਦੀ ਸੀਗੀ, ਅੱਜ ਮੈਂ ਸਰਕਾਰ ਜਾ ਕੇ ਮੈਂ ਇਸੇ ਆਪਣੇ ਇਲਾਕੇ ਦੇ ਕੰਮ ਕਰਾ ਸਕਾਂ। ਗਰੇਵਾਲ ਸਾਹਿਬ ਇੱਕ ਵੱਡਾ ਮੈਂਡੇਟ ਤਾਂ ਦੂਜੇ ਨੰਬਰ ਤੇ ਆਏ ਹੋ, ਇੱਕ ਬੰਦੇ ਦੇ ਅੰਦਰ ਚਾਹ ਹੁੰਦੀ ਆ ਵੀ ਯਾਰ ਸਰਕਾਰ ਹੈਗੀ ਆ, ਕਿਉਂਕਿ ਜੇ ਤਾਂ ਕੋਈ ਬੰਦਾ 5-4 ਹਜ਼ਾਰ ਵੋਟ ਲੈ ਗਿਆ ਉਹਦੇ ਵਾਸਤੇ ਕੁਝ ਨਹੀਂ ਹੁੰਦਾ ਵੀ ਚਲਾ ਆ ਗਿਆ ਬੰਦਾ ਸਰਕਾਰ ਵਾਸਤੇ ਆਇਆ ਵਾ। ਤੁਸੀਂ ਇੱਕ ਵੱਡਾ ਮੈਂਡੇਟ ਦਿੱਤਾ, ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਤੁਸੀਂ ਕੋਈ ਵੱਡੀ ਗਲਤੀ ਕਰ ਲਈ ਹੈ ਜੋ ਅੱਜ ਤੁਸੀਂ ਇੱਕ ਉਦਘਾਟਨ ਤੇ ਤੁਹਾਨੂੰ ਨਾ ਸੱਦਣਾ, ਇੱਕ ਮੈਂ ਅਣਦੇਖੀ ਦਾ ਸ਼ਬਦ ਵਾਰ-ਵਾਰ ਯੂਜ਼ ਤਾਂ ਕਰ ਰਿਹਾ ਵਾਂ, ਤੁਸੀਂ ਐਡੀ ਘਾਲਣਾ ਕਰ ਲਈ ਆ, 10 ਸਾਲ ਤੁਸੀਂ ਲੜਾਈ ਲੜੀ ਆ ਪਰ ਉੱਥੇ ਤੁਸੀਂ ਮੌਕੇ 'ਤੇ ਮੌਜੂਦ ਨਹੀਂ ਸੀਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਗਲਤੀ ਨਹੀਂ ਕੀਤੀ, ਕਿਉਂਕਿ ਮੈਂ ਸੰਗਤਾਂ ਦੇ ਆਸ਼ੀਰਵਾਦ ਨਾਲ ਅੱਜ ਤੱਕ ਮੈਨੂੰ ਸੰਗਤਾਂ ਨੇ ਆਸ਼ੀਰਵਾਦ ਦਿੱਤਾ। ਮੈਂ ਸੰਗਤਾਂ ਵਾਸਤੇ ਜੇ ਮੈਂ ਕਾਂਗਰਸ ਪਾਰਟੀ ਸ਼ਾਮਲ ਹੋਇਆ, ਮੈਂ ਇਸ ਇਲਾਕੇ ਦੇ ਵਿਕਾਸ ਵਾਸਤੇ ਔਰ ਸੰਗਤਾਂ ਦੇ ਇਸ ਇਲਾਕੇ ਦੇ ਕੰਮਾਂ ਵਾਸਤੇ ਮੈਂ ਔਰ ਕਹਿ ਕੇ ਸ਼ਾਮਲ ਹੋਇਆ। ਤੁਸੀਂ ਬਿੱਟੂ ਜੀ ਨੂੰ, ਮੰਤਰੀ ਸਾਹਿਬ ਨੂੰ, ਆਸ਼ੂ ਜੀ ਨੂੰ ਪੁੱਛ ਸਕਦੇ ਹੋ। ਮੈਂ ਕੋਈ ਡਿਮਾਂਡ ਨਹੀਂ ਰੱਖੀ, ਸਿਰਫ ਤੇ ਸਿਰਫ ਇੱਕੋ ਮੰਗ ਰੱਖੀ ਸੀ, ਮੇਰੇ ਇਲਾਕੇ ਦਾ ਕੋਈ ਕੰਮ ਨਹੀਂ ਰੁਕਣਾ ਚਾਹੀਦਾ, ਮੇਰੇ ਮਤਲਬ ਕਿ ਜਿਹੜੇ ਸਾਥੀ ਨੇ ਸੰਗਤਾਂ ਨੇ ਉਹਨਾਂ ਦਾ ਕੋਈ ਕੰਮ ਨਹੀਂ ਰੁਕਣਾ ਚਾਹੀਦਾ, ਉਹਦੇ ਕੰਮ ਹੋਣੇ ਚਾਹੀਦੇ ਆ। ਮੈਂ ਗਲਤੀ ਦਾ ਤਾਂ ਮੰਨਾਂ ਜੇ ਮੈਂ ਆਪਣੇ ਵਾਸਤੇ ਕੁਝ ਮੰਗਿਆ ਹੋਵੇ। ਮੈਂ ਆਪਣੇ ਵਾਸਤੇ ਤੁਸੀਂ ਭਾਰਤ ਭੂਸ਼ਣ ਆਸ਼ੂ ਜੀ ਨੂੰ ਜਾਂ ਬਿੱਟੂ ਜੀ ਨੂੰ ਪੁੱਛ ਲਓ, ਮਤਲਬ ਕਿ ਮੈਂ ਆਪਣੇ ਵਾਸਤੇ ਕੋਈ ਮੰਗਿਆ ਤੇ ਉਹ ਕਹਿ ਦੇਣ ਮਤਲਬ ਕਿ ਮੈਂ ਜੋ ਕਹਾਂ ਉਹ ਕਰ ਦੇਣ ਨੂੰ ਤਿਆਰ ਹਾਂ। ਮੈਂ ਸਿਰਫ ਤੇ ਸਿਰਫ ਮੰਗਿਆ ਆਪਣੇ ਇਲਾਕੇ ਦਾ ਵਿਕਾਸ, ਵੀ ਮੇਰੇ ਇਲਾਕੇ ਦਾ ਕੰਮ ਹੋਣੇ ਚਾਹੀਦੇ ਨੇ। ਗਰੇਵਾਲ ਸਾਹਿਬ ਪੂਰਬੀ ਤਾਂ ਹਲਕੇ ਤੋਂ 2017 ਚ ਕਾਂਗਰਸ ਪਾਰਟੀ ਨੂੰ ਵੋਟ ਪਈ ਸੀ 43,010, ਤੁਹਾਨੂੰ ਵੋਟ ਪਈ ਸੀ 41,429 ਤੇ ਅਕਾਲੀ ਦਲ ਨੂੰ ਵੋਟ ਪਈ ਸੀ 41,313। ਜੇ ਤੁਹਾਡੀ ਕਾਂਗਰਸ ਪਾਰਟੀ ਦੋਹਾਂ ਦੀ ਵੋਟ ਮਿਲਾ ਲਿੱਤੀ ਜਾਵੇ ਤਾਂ 80,000 ਪਾਰ ਹੋ ਜਾਂਦਾ ਵਾ। 2019 ਵਿੱਚ ਅਜਿਹਾ ਕੀ ਹੁੰਦਾ ਵਾ ਵੀ ਉਹ ਬੈਕ ਸੈੱਟ ਲੱਗਦਾ 48,000 ਤੇ ਟਿਕ ਜਾਂਦੀ ਆ ਕਿ ਤੁਹਾਡਾ ਵੋਟ ਬੈਂਕ ਹਿੱਲਿਆ ਜਾਂ ਕਾਂਗਰਸ ਪਾਰਟੀ ਦਾ ਵੋਟ ਬੈਂਕ ਹਿੱਲਿਆ ਵਾ? ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਨਾ ਮੇਰਾ ਵੋਟ ਬੈਂਕ ਹਿੱਲਿਆ ਤੇ ਨਾ ਕਾਂਗਰਸ ਦਾ ਵੋਟ ਬੈਂਕ ਹਿੱਲਿਆ। ਵੋਟ ਬੈਂਕ ਜਿਹੜੇ ਮਤਲਬ ਕਿ ਇੱਥੇ ਕੰਮ ਕਰਨ ਵਾਲੇ ਸੀਗੇ, ਇੱਥੇ ਮਤਲਬ ਕਿ ਜਿਹੜੇ ਨੁਮਾਇੰਦੇ ਸੀ ਉਹਨਾਂ ਦਾ ਹਿੱਲਿਆ ਵਾ। ਉਹਨਾਂ ਨੇ ਮਤਲਬ ਕਿ ਲੋਕਾਂ ਨਾਲ ਮਤਲਬ ਕਿ ਬੇਇਨਸਾਫੀ ਕੀਤੀ ਔਰ ਮਤਲਬ ਕਿ ਇਹੋ ਜਿਹੇ ਮਤਲਬ ਕਿ ਜਿਹੜੀਆਂ ਚਲਾਕੀਆਂ ਕੀਤੀ। ਕਾਂਗਰਸ ਪਾਰਟੀ ਕਹਿੰਦਾ ਫਿਰ ਮੈਂ ਸਿੱਧਾ ਕਹੂੰਗਾ, ਮੈਂ ਕਹੂੰਗਾ ਮੈਂ ਨਾਮ ਲਿਆ ਸੀ ਕਾਂਗਰਸ ਪਾਰਟੀ, ਸਿੱਧਾ ਕਹੂੰਗਾ ਨਹੀਂ ਮੈਂ ਨਾਮ ਲਿਆ ਸੀ ਕਾਂਗਰਸ ਦਾ, ਤੁਸੀਂ ਨਹੀਂ ਲੈ ਰਹੇ। ਮੈਂ ਸਿੱਧਾ ਕਹੂੰਗਾ ਦਲਜੀਤ ਸਿੰਘ ਭੋਲਾ, ਗਰੇਵਾਲ ਹੋਰਾਂ ਦਾ ਵੋਟ ਬੈਂਕ ਹਿੱਲਿਆ ਜਾਂ ਸੰਜੇ ਤਲਵਾਰ ਹੋਰਾਂ ਦਾ ਵੋਟ ਬੈਂਕ ਹਿੱਲਿਆ? ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅੱਜ ਵੀ ਸੰਗਤ, ਉਸ ਟਾਈਮ ਵੀ ਸੰਗਤਾਂ ਦਾ ਪੂਰਾ ਆਸ਼ੀਰਵਾਦ ਸੀਗਾ ਤੇ ਅੱਜ ਵੀ ਸੰਗਤਾਂ ਦਾ ਪੂਰਾ ਆਸ਼ੀਰਵਾਦ ਆ। ਔਰ ਮਤਲਬ ਕਿ ਤੁਸੀਂ ਦੇਖਿਆ ਹੋਣਾ ਮਤਲਬ ਕਿ MP ਇਲੈਕਸ਼ਨ ਦੇ ਵਿੱਚ 24 ਦਿਨ ਕੋਈ ਐਸਾ ਮਤਲਬ ਕਿ 1 ਮਿੰਟ ਵੀ ਐਸਾ ਨਹੀਂ ਸੀ ਜਿੱਥੇ ਨਹੀਂ ਮਤਲਬ ਕਿ ਸੰਗਤਾਂ ਨੇ ਰੈਲੀਆਂ ਰੱਖੀਆਂ। ਔਰ ਮੇਰੇ ਜਿੰਨੇ ਵੀ ਸਾਥੀ ਸੀਗੇ, ਜਿੰਨੀਆਂ ਸੰਗਤਾਂ ਸੀ, ਔਰ ਸਾਰੀਆਂ ਨਾਲ ਚੱਲੀਆਂ, ਸਾਰੀ ਵੋਟ ਪਾਈ ਆ। ਇਹ ਤੁਸੀਂ ਸਮਝ ਸਕਦੇ ਹੋ ਵੀ ਜਿਹੜੀ ਵੋਟ ਮਤਲਬ ਕਿ ਘਟੀ ਆ ਤੇ ਕਿਹਦੀ ਘਟੀ ਆ। ਹੈਰਾਨੀਜਨਕ ਆ ਨਾ ਵੀ ਇਹ 40,000 ਤੋਂ ਵੱਧ ਵੋਟ ਤੁਸੀਂ ਲੈ ਕੇ ਜਾਂਦੇ 2017 ਚ, 40,000 ਤੋਂ ਵੱਧ ਸੰਜੇ ਤਲਵਾਰ ਲੈ ਕੇ ਜਾਂਦੇ ਨੇ, 80,000 ਦਾ ਅੰਕੜਾ ਪਹੁੰਚ ਜਾਂਦਾ ਵਾ ਤੇ 50,000 ਤੇ ਵੀ ਗੱਲ ਆ ਕਿ ਟਿਕਦੀ ਨਹੀਂ 19 ਦੇ ਵਿੱਚ ਆ ਕੇ। ਮੈਂ ਧੁੰਨਾ ਸਾਹਿਬ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਮੇਰਾ ਤੁਸੀਂ ਰਿਕਾਰਡ ਦੇਖ ਸਕਦੇ ਹੋ ਉਸ ਟਾਈਮ ਦਾ। ਮੇਰਾ ਮਤਲਬ ਕਿ ਆਪਣਾ ਪੇਜ ਮਤਲਬ ਕਿ ਤੁਸੀਂ ਚੈੱਕ ਕਰ ਸਕਦੇ ਹੋ। ਮਤਲਬ ਘੱਟੋ ਘੱਟ 50 ਮੀਟਿੰਗਾਂ ਲੋਕਾਂ ਨੇ ਆਪ ਰੱਖੀਆਂ ਮਤਲਬ ਕਿ ਜਿਹੜੇ MP ਇਲੈਕਸ਼ਨ ਦੇ ਵਿੱਚ, ਔਰ ਮਤਲਬ ਕਿ ਸੈਂਕੜੇ ਦੀ ਤਾਦਾਦ ਦੇ ਵਿੱਚ ਮਤਲਬ ਕਿ ਮੀਟਿੰਗਾਂ ਸੀਗੀਆਂ। ਔਰ ਦੂਜੇ ਜਿਹੜੇ ਉਹ ਇੱਥੇ ਦਾ ਕੈਂਡੀਡੇਟ ਮਤਲਬ ਕਿ MLA ਸੀਗਾ, ਉਹਨੇ ਕਿੰਨੀਆਂ ਕੁ ਮੀਟਿੰਗਾਂ ਰੱਖੀਆਂ ਉਹ ਵੀ ਦੇਖ ਸਕਦੇ ਹੋ। ਔਰ ਮੇਰੇ ਤੇ ਸੰਗਤਾਂ ਦਾ ਆਸ਼ੀਰਵਾਦ ਪਹਿਲਾਂ ਵੀ ਸੀਗਾ, ਉਸ ਟਾਈਮ ਵੀ ਸੀਗਾ, ਅੱਜ ਵੀ ਹੈਗਾ ਵਾ। 2017 2019 ਦੇ ਵਿੱਚ 2-2.5 ਸਾਲ ਦਾ ਫਰਕ ਸੀਗਾ, ਲੋਕ ਸਭਾ ਚੋਣਾਂ ਹੋਈਆਂ ਨੇ। ਅਜਿਹੇ ਕੀ ਕਾਰਨ ਹੋਏ ਨੇ? ਚਲੋ ਤੁਹਾਡੇ ਕਹਿਣ ਮੁਤਾਬਕ ਸੰਜੇ ਤਲਵਾਰ ਹੋਰਾਂ ਦੀ ਵੋਟ ਘੱਟ ਗਈ, ਅਜਿਹੇ ਕੀ ਕਾਰਨ ਹੋਏ ਨੇ ਵੀ ਉਹਨਾਂ ਦਾ ਵੋਟ ਬੈਂਕ ਘੱਟ ਗਿਆ? ਹੁਣ ਤਾਂ 4 ਸਾਲ ਹੋ ਗਏ, ਮਤਲਬ ਫਿਰ ਹੋਰ ਥਾਂ ਨੂੰ ਆ ਗਿਆ ਹੁਣ। ਮੈਂ ਇਹ ਨਹੀਂ ਕਹਿ ਸਕਦਾ, ਮੈਂ ਆਪਣਾ ਦੱਸਣਾ ਚਾਹੁੰਦਾ, ਕਿਸੇ ਦਾ ਘਟਿਆ ਨਾ ਘਟਿਆ, ਮੈਂ ਆਪਣਾ ਦੱਸਣਾ ਚਾਹੁੰਦਾ ਵੀ ਸੰਗਤਾਂ ਦਾ ਆਸ਼ੀਰਵਾਦ ਪਹਿਲਾਂ ਵੀ ਸੀਗਾ ਤੇ 2019 ਦੇ ਵਿੱਚ ਵੀ ਰਿਹਾ, 2017 ਵਿੱਚ ਵੀ ਰਿਹਾ ਤੇ ਅੱਜ ਵੀ ਮਤਲਬ ਕਿ ਸਤਿਕਾਰਯੋਗ ਸੰਗਤਾਂ ਦਾ, ਸਤਿਕਾਰਯੋਗ ਬਜ਼ੁਰਗਾਂ ਦਾ, ਸਤਿਕਾਰਯੋਗ ਮੇਰੀਆਂ ਮਾਤਾਵਾਂ ਦਾ, ਸਤਿਕਾਰਯੋਗ ਭੈਣਾਂ ਦਾ ਤੇ ਸਤਿਕਾਰਯੋਗ ਨੌਜਵਾਨ ਵੀਰਾਂ ਦਾ। ਵਿਧਾਨ ਸਭਾ ਹਲਕਾ ਪੂਰਬੀ
ਤੇ ਪੂਰਾ ਆਸ਼ੀਰਵਾਦ ਆ ਉਹਨਾਂ ਦਾ। ਅੱਜ ਵੀ ਉਹਨਾਂ ਦੇ ਆਸ਼ੀਰਵਾਦ ਸਦਕਾ ਤੁਰੇ ਫਿਰਦਾ। ਜੇ ਮੈਂ 10 ਸਾਲ ਮਿਲ ਕੇ ਲੱਗਿਆ ਰਿਹਾ, ਨਹੀਂ ਇੱਕ ਦਿਨ ਤੁਰ ਸਕਦਾ ਬੰਦਾ, 2 ਦਿਨ ਤੁਰ ਸਕਦਾ, ਮਹੀਨਾ ਤੁਰ ਸਕਦਾ, 2 ਮਹੀਨੇ ਤੁਰ ਸਕਦਾ, ਸਾਲ ਤੁਰ ਸਕਦਾ। ਆ ਤੁਸੀਂ ਰਿਕਾਰਡ ਪਿਆ ਮੇਰੇ ਕੋਲ ਸਾਰੀਆਂ ਮਿਲ ਕੇ ਅਖਬਾਰਾਂ ਦੀਆਂ ਖਬਰਾਂ ਪਈਆਂ ਨੇ, ਤੇ ਇਹ ਤੁਸੀਂ ਦੇਖ ਸਕਦੇ 10 ਸਾਲ ਕੋਈ ਸੰਘਰਸ਼ ਕਰ ਲੂਗਾ। 10 ਸਾਲ ਜੇ ਸੰਘਰਸ਼ ਕਰ ਸਕਦੇ ਆਪਾਂ ਸੰਗਤਾਂ ਦੇ ਆਸ਼ੀਰਵਾਦ ਨਾਲ ਕਰ ਸਕਦੇ ਹਾਂ। ਸੰਗਤਾਂ ਦੇ ਆਸ਼ੀਰਵਾਦ ਨਾਲ ਹੋਇਆ ਇਹ ਜਿਹੜਾ ਸੰਘਰਸ਼ ਹੋਇਆ, ਇਹ ਸੰਗਤਾਂ ਦੇ ਆਸ਼ੀਰਵਾਦ ਨਾਲ ਹੋਇਆ। ਆ ਤੁਸੀਂ ਦੇਖ ਸਕਦੇ ਹੋ, ਸਾਰੀਆਂ ਖਬਰਾਂ ਦੇਖ ਸਕਦੇ ਹੋ, ਤੇ ਖਬਰਾਂ ਵੀ ਤੁਹਾਡੇ ਅਖਬਾਰਾਂ ਨੇ ਲਾਈਆਂ ਨੇ, ਤੇ ਆ ਤੁਹਾਡਾ ਰਿਕਾਰਡ ਮੇਰੇ ਕੋਲ ਥੱਬਾ ਕਾਗਜ਼ਾਂ ਦਾ ਪਿਆ, ਇਹ ਰਿਕਾਰਡ ਦੇਖ ਸਕਦੇ ਹੋ। ਮੈਂ ਔਨ ਰਿਕਾਰਡ ਦਿਖਾ ਰਿਹਾ। ਜੇ ਕਿਸੇ ਨੇ ਹੋਰ ਕੰਮ ਕੀਤਾ ਉਹ ਆਪਣਾ ਔਨ ਰਿਕਾਰਡ ਦਿਖਾਵੇ ਵੀ ਇੰਨਾ ਰਿਕਾਰਡ ਹੈਗਾ ਉਹਦੇ ਕੋਲ। ਮੈਂ ਗਰੇਵਾਲ ਸਾਹਿਬ ਜੀ ਸਿੱਧਾ ਤੌਰ ਤੇ ਗੱਲ ਕੀਤੀ ਜਾਵੇ 2017 ਤੋਂ ਲੈ ਕੇ ਹੁਣ ਤੱਕ 4 ਸਾਲ ਹੋ ਗਏ ਸਰਕਾਰ ਨੂੰ, ਹਲਕਾ ਪੂਰਬੀ ਦੇ ਡਿਵੈਲਪਮੈਂਟ ਦੀ ਗੱਲ ਕਿਉਂਕਿ ਵਾਰ-ਵਾਰ ਰੌਲਾ ਪੈਂਦਾ, 800 ਕਰੋੜ ਦਾ ਰੌਲਾ ਪਿਆ ਸੀਗਾ। ਉਹ ਤਾਂ ਇਸ ਤੋਂ ਪਹਿਲਾਂ ਤੁਸੀਂ ਅਕਾਲੀ ਦਲ ਦੇ ਵਿੱਚ ਵੀ ਰਹੇ ਹੋ, ਬਾਦਲ ਸਾਹਿਬ ਨੇ ਬੜੇ ਗੇੜੇ ਮਾਰੇ ਆ, ਪਰ ਜਦੋਂ ਹਲਕੇ ਵਿੱਚ ਆਈਦਾ ਵਾ ਤਾਂ ਹਲਕੇ ਦੇ ਹਾਲਾਤ ਬੜੇ ਮਾੜੇ ਹੈਗੇ ਨੇ। 4 ਸਾਲ ਤੁਹਾਡੇ ਵੀ ਲੰਘੇ, ਪਹਿਲਾਂ ਤੁਸੀਂ ਵੀ ਅਕਾਲੀ ਦਲ 'ਚ ਰਹੇ ਹੋ, ਅਕਾਲੀ ਦਲ ਦੇ ਵੀ 10 ਸਾਲ ਲੰਘੇ, ਹਾਲਾਤ ਨਹੀਂ ਚੇਂਜ ਹੋਏ ਮੈਨੂੰ ਨਜ਼ਰ ਆ ਰਹੇ ਹਲਕੇ। ਹਾਲਾਤ ਵਾਲੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਵੀ ਇਸ ਜਿਹੜਾ ਇਲਾਕਾ ਸੀ ਹਲਕਾ ਪੂਰਬੀ ਹੈ, ਹਲਕਾ ਈਸਟ ਇਲਾਕਾ ਸੀ, ਨਵੀਂ ਸਾਰੀ ਡਿਵੈਲਪਮੈਂਟ ਸੀਗੀ, ਔਰ ਸਾਰੇ ਕੰਮ ਹੋਣ ਵਾਲੇ ਸੀਗੇ, ਔਰ ਬਹੁਤ ਜ਼ਿਆਦਾ ਮਤਲਬ ਕਿ ਮੈਂ ਨਹੀਂ ਕਹਿੰਦਾ ਵੀ ਕਿਸੇ ਸਰਕਾਰ 'ਚ ਨਹੀਂ ਕੰਮ ਹੋਏ ਨੇ, ਪਰ ਨੀਅਤ ਘੱਟ ਸੀਗੀ। ਜਿਹੜੇ ਅੱਜ ਤੱਕ ਇੱਥੇ ਨੁਮਾਇੰਦੇ ਚੁਣੇ ਗਏ ਉਹਨਾਂ ਦੀ ਨੀਅਤ ਸਾਫ਼ ਨਹੀਂ ਸੀਗੀ। ਜੇ ਨੀਅਤ ਸਾਫ਼ ਹੁੰਦੀ ਤਾਂ ਬਹੁਤ ਜ਼ਿਆਦਾ ਕੰਮ ਹੋ ਸਕਦੇ ਸੀ, ਸਾਰੇ ਦੇ ਸਾਰੇ ਕੰਮ ਹੋ ਸਕਦੇ ਸੀ। ਪਰ ਨੀਅਤ ਜਦੋਂ ਸਾਫ਼ ਮਿਲ ਕੇ ਜਦੋਂ ਆਪਾਂ ਬਿਜ਼ਨਸਮੈਨ ਬਣ ਜਾਈਏ, ਇਹ ਜਿਹੜੀ ਸਿਆਸਤ ਆ ਇਹ ਸਿਆਸਤ ਸੇਵਾ ਦਾ ਨਾਮ ਆ। ਜਦੋਂ ਆਪਾਂ ਸਿਆਸਤ 'ਚ ਆ ਕੇ ਬਿਜ਼ਨਸਮੈਨ ਬਣ ਜਾਈਏ, ਸੱਟੇਬਾਜ਼ੀ 'ਚ ਲੱਗ ਜਾਈਏ, ਫਿਰ ਕੰਮ ਨਹੀਂ ਹੋ ਸਕਦੇ। ਫਿਰ ਆਪਾਂ ਮਤਲਬ ਕਿ ਉਹ ਆਪਣੇ ਬਿਜ਼ਨਸ ਚਲਾ ਸਕਦੇ ਹਾਂ। ਇੱਥੇ ਲੋੜ ਆ, ਜੇ ਆਪਾਂ ਸਿਆਸਤ 'ਚ ਆਏ ਹਾਂ ਤਾਂ ਮਤਲਬ ਕਿ ਸੇਵਾ ਦੀ ਲੋੜ ਹੈ। ਜੇ ਅੱਜ ਸਾਫ਼ ਨੀਅਤ ਨਾਲ ਲੱਗੇ ਹੁੰਦੇ ਇਹ ਨੁਮਾਇੰਦੇ, ਤੇ ਅੱਜ ਮਤਲਬ ਕਿ ਕਿਤੇ ਦੀ ਕਿਤੇ ਮਤਲਬ ਕਿ ਡਿਵੈਲਪਮੈਂਟ ਪਹੁੰਚੀ ਹੁੰਦੀ, ਕਿਤੇ ਦੇ ਕਿਤੇ ਇਸ ਏਰੀਆ ਦਾ ਮਤਲਬ ਹਾਰ ਬਦਲੀ ਹੁੰਦੀ। ਮੈਂ ਫਿਰ ਦੁਬਾਰਾ ਸਵਾਲ ਰਿਪੀਟ ਕਰੂੰਗਾ। 22,000 ਤੋਂ ਬਾਅਦ ਤੁਹਾਨੂੰ ਮੈਂਡੇਟ ਹੋਰ ਦਿੱਤਾ, 40,000 ਤੋਂ ਵੱਧ ਵੋਟ ਤੁਹਾਨੂੰ 17 'ਚ ਮਿਲੀ। ਸੋ ਤੁਸੀਂ ਵੋਟ ਬੈਂਕ ਹਾਲੇ ਵੀ ਕਹਿੰਦੇ ਤੁਹਾਡਾ ਟਿਕਿਆ ਹੋਇਆ ਵਾ। ਸੋ 2022 ਦੀ ਗੱਲ ਕੀਤੀ ਜਾਵੇ ਤਾਂ ਕੀ ਰਣਨੀਤੀ ਤੁਹਾਡੀ ਹੋਊਗੀ? ਕਿਉਂਕਿ ਜਦੋਂ ਇੱਕ ਤਾਂ ਘੱਟ ਵੋਟ ਹੋਏ, 5-7 ਵਾਲਾ ਬੰਦਾ ਉੱਡ ਜਾਂਦਾ, ਯਾਰ ਨਹੀਂ ਲੋਕਾਂ ਨੇ ਮੈਨੂੰ ਨਕਾਰਤਾ, ਤੁਹਾਨੂੰ ਲੋਕਾਂ ਨੇ ਨਕਾਰਿਆ ਨਹੀਂ ਹੈਗਾ, ਤੁਹਾਨੂੰ ਸਿਰ ਤੇ ਰੱਖਿਆ, ਆਪਣੇ ਹਾਰ ਜਿੱਤ ਬਣੀ ਹੋਈ ਆ, ਅੱਗੇ ਤੁਹਾਡੀ ਕੀ ਸਟ੍ਰੈਟਜੀ ਹੈਗੀ ਆ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਬਈ ਤੁਸੀਂ ਕਹਿ ਰਹੇ ਹੋ ਵੀ ਵੋਟ ਬੈਂਕ, ਮੇਰਾ ਵੋਟ ਬੈਂਕ ਕੋਈ ਨਹੀਂ ਹੈਗਾ। ਮੇਰਾ ਤਾਂ ਸੰਗਤਾਂ ਦਾ ਆਸ਼ੀਰਵਾਦ ਹੈ, ਸੰਗਤਾਂ ਨਾਲ ਪਿਆਰ ਆ, ਬਜ਼ੁਰਗਾਂ ਨਾਲ ਕੇ ਆਸ਼ੀਰਵਾਦ ਆ, ਮੇਰੀਆਂ ਮਾਤਾਵਾਂ ਦਾ ਆਸ਼ੀਰਵਾਦ ਆ, ਮੇਰੀਆਂ ਭੈਣਾਂ ਦਾ ਆਸ਼ੀਰਵਾਦ ਆ, ਮੇਰੇ ਨੌਜਵਾਨ ਸਾਥੀਆਂ ਦਾ ਆਸ਼ੀਰਵਾਦ ਆ। ਮੇਰਾ ਕੋਈ ਵੋਟ ਬੈਂਕ ਮੇਰਾ ਖਰੀਦਿਆ ਨਹੀਂ ਹੋਇਆ ਕੋਈ, ਉਹਨਾਂ ਦਾ ਆਸ਼ੀਰਵਾਦ ਸਦਕਾ, ਕਿਉਂਕਿ ਮੈਂ ਉਹਨਾਂ ਦੀ ਜੋ ਦਿੱਤੀ ਹੋਈ ਡਿਊਟੀ ਨਿਭਾ ਰਿਹਾ ਵਾਂ, ਉਹ ਤਨੋਂ ਮਨੋਂ ਨਿਭਾ ਰਿਹਾ। ਅੱਜ ਤੱਕ ਬਿਜ਼ਨਸ ਨਹੀਂ ਕੀਤਾ ਇਸ ਲਾਈਨ 'ਚ ਆ ਕੇ। ਕੋਈ ਮੇਰੇ ਕੋਲ ਇੱਕ ਉਂਗਲ ਉਠਾ ਕੇ ਕਹਿ ਦੇ ਵੀ ਇਸ ਲਾਈਨ ਦੇ ਵਿੱਚ ਆ ਕੇ ਬਿਜ਼ਨਸ ਕੀਤਾ। ਜਿਹੜੇ ਦੂਜੇ ਨੁਮਾਇੰਦੇ ਸੀ ਉਹ ਕੀ ਕਰਦੇ ਆ, ਸਾਰੇ ਮਿਲ ਕੇ ਕੱਲਾ ਬੱਚਾ ਜਾਣਦਾ, ਤੇ ਤਾਂ ਇਹ ਅੱਜ ਹਾਲਾਤ ਨੇ। ਜੇ ਉਹ ਸਾਫ਼ ਨੀਅਤ ਨਾਲ ਇਸ ਦੀ ਡਿਵੈਲਪਮੈਂਟ ਕਰਨ ਲੱਗੇ ਹੁੰਦੇ ਤੇ ਅੱਜ ਤੁਹਾਨੂੰ ਦੱਸਿਆ ਵੀ ਇਹ ਇਲਾਕਾ ਜਿਹੜਾ ਨਾ ਸਾਡਾ ਹਲਕਾ ਪੂਰਬੀ ਆ, ਨੁਹਾਰ ਬਦਲੀ ਹੁੰਦੀ ਹੈ। ਸਵਾਲ ਦਾ ਵੀ ਜਵਾਬ ਨਹੀਂ ਦਿੱਤਾ ਹੈਗਾ 2022 ਦੇ ਵਿੱਚ ਤੁਹਾਡੇ ਕੀ ਰਣਨੀਤੀ? ਕਿਉਂਕਿ ਸਵਾਲ ਇਹ ਆ, ਚਰਚਾ ਇਹ ਹੁੰਦੀ ਆ ਵੀ ਜਿਹੜੇ ਸੰਜੇ ਤਲਵਾਰ ਨੇ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਅੱਖ ਹੈ ਸੈਂਟਰਲ ਹਲਕੇ ਤੇ ਆ। ਤੁਹਾਨੂੰ ਜੇ ਮੰਨ ਲਓ ਇੱਥੋਂ ਸੈਂਟਰਲ ਹਲਕੇ ਜਾਂਦੇ ਆ, ਤੁਹਾਡੀ ਕਿਤੇ ਨਾ ਕਿਤੇ ਦਾਅਵੇਦਾਰੀ ਮਜ਼ਬੂਤ ਹੁੰਦੀ ਆ। ਜੇ ਉਹ ਇੱਥੋਂ ਨਹੀਂ ਜਾਂਦੇ ਤਾਂ ਤੁਹਾਨੂੰ ਹਲਕਾ ਦੱਖਣੀ ਤੋਂ ਟਿਕਟ ਦਿੱਤੀ ਜਾਊਗੀ। ਕੀ ਇਹ ਚਰਚਾ ਜਿਹੜੀ ਹੁੰਦੀ ਆ ਕਿੰਨੀ ਕੁ ਸੱਚਾਈ ਇਹਦੇ ਵਿੱਚ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਕਿਸੇ ਦਾ ਹਲਕੇ ਦੀ ਕੋਈ ਰਜਿਸਟਰੀ ਨਹੀਂ ਕਰਾਈ ਹੁੰਦੀ। ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਆ। ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਜੋ ਫੈਸਲਾ ਕਰਨਾ ਉਹ ਮਨਜ਼ੂਰ ਕਰੂੰਗਾ ਮੈਂ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੀ 2022 ਦੀ ਇਲੈਕਸ਼ਨ ਆ, ਉਹ 2022 ਦੀ ਇਲੈਕਸ਼ਨ ਕਾਂਗਰਸ ਪਾਰਟੀ ਦੇ ਵਿੱਚ ਆ। ਉਹ ਕਾਂਗਰਸ ਪਾਰਟੀ ਜੋ ਫੈਸਲਾ ਕਰੂਗੀ, ਕਿਸੇ ਦੀ ਆਪਦੀ ਰਜਿਸਟਰੀ ਨਹੀਂ ਕਰਾਈ ਹੋਈ। ਇਹ ਕਾਂਗਰਸ ਪਾਰਟੀ ਨੇ ਸੋਚਣਾ ਮੈਨੂੰ ਟਿਕਟ ਦੇਣੀ ਹੈ ਜਾਂ ਸੰਜੇ ਤਲਵਾਰ ਨੂੰ ਦੇਣੀ ਹੈ ਜਾਂ ਕਿਸੇ ਤੀਸਰੇ ਬੰਦੇ ਨੂੰ ਦੇਣੀ ਹੈ, ਔਰ ਜੋ ਦੇਣਗੇ ਮਨਜ਼ੂਰ ਕਰਾਂਗੇ। ਪਾਰਟੀ ਨੇ ਜੋ ਸੋਚਣਾ ਉਹ ਸੋਚਣਾ ਵਾ। ਤੁਹਾਡੀ ਆਪਣੀ ਸੋਚ ਕੇ ਇੱਕ ਮੇਰੇ ਅੰਦਰ ਇੱਕ ਇੱਛਾ ਹੁੰਦੀ ਆ ਵੀ ਮੈਂ ਆਹ ਕਰਾਂ, ਆਹ ਨਹੀਂ ਆਹ ਕਰਾਂ। ਤੁਹਾਡੇ ਅੰਦਰ ਕੀ ਇੱਛਾ ਹੈ? ਮੇਰੇ ਤੇ ਅੰਦਰ ਸਿਰਫ ਤੇ ਸਿਰਫ ਇੱਛਾ ਹੈਗੀ ਸੇਵਾ ਕਰਨ ਦੀ। ਮੇਰੇ ਅੰਦਰ ਸਿਰਫ ਤੇ ਸਿਰਫ ਜਿਹੜੇ ਲੋਕਾਂ ਨੇ ਮਿਲ ਕੇ ਮੈਨੂੰ 13 ਸਾਲ ਤੋਂ 14 ਸਾਲ ਤੋਂ ਆਸ਼ੀਰਵਾਦ ਦਿੱਤਾ, ਉਹਦਾ ਮੁੱਲ ਮੋੜਨ ਦੀ ਮੇਰੇ ਤਾਂ ਸਿਰਫ ਤੇ ਸਿਰਫ ਇਹੀ ਇੱਛਾ ਮੇਰੀ। ਸੇਵਾ ਦਾ ਵੀ ਇੱਕ ਕੋਈ ਕਨਸਟੀਟਿਊਸ਼ਨ ਦੇ ਐਮਐਲਏ ਇੱਕ ਸੀਟ ਹੁੰਦੀ ਆ, ਉਹ ਵੀ ਸੇਵਾ ਹੀ ਹੁੰਦੀ ਆ। ਮੈਂ ਦੱਸਣਾ ਚਾਹੁੰਦਾ ਵੀ ਐਮਐਲਏ ਸੀਟ ਨਾਲ ਨਹੀਂ, ਅੱਜ ਮੈਂ ਕਾਂਗਰਸ ਪਾਰਟੀ 'ਚ ਆ ਕੇ ਆ ਇੱਕ ਫਲਾਈਓਵਰ ਦਾ ਮਤਲਬ ਕਿ ਬਹੁਤ ਵੱਡਾ ਜਿਹੜਾ ਮਤਲਬ ਕਿ ਸਮਝ ਲਓ ਮਸਲਾ ਸੀਗਾ, ਘੱਟ ਤੋਂ ਘੱਟ 50 ਤੋਂ 60 ਹਜ਼ਾਰ ਲੋਕਾਂ ਨੂੰ ਪ੍ਰਭਾਵਿਤ ਕੀਤਾ, ਜਿਨ੍ਹਾਂ ਲੋਕਾਂ ਨੂੰ ਪ੍ਰੋਬਲਮ ਸੀਗੀ ਉਹ ਸੋਲਵ ਕਰਾ ਲਿਆ। ਅੱਗੇ ਵੀ ਇਸੇ ਤਰ੍ਹਾਂ ਮਤਲਬ ਕਿ ਮੈਂ ਇਲਾਕੇ ਦੇ ਕੰਮਾਂ ਦੀ ਮਤਲਬ ਕਿ ਗੱਲ ਕਰਦਾ। ਮੈਂ ਇਲਾਕੇ ਦੇ ਕੰਮ ਕਰਾਉਣ ਵਾਸਤੇ ਮਤਲਬ ਕਿ ਲੱਗਿਆ ਹੋਇਆ, ਸੇਵਾ ਵਿੱਚ ਲੱਗਿਆ ਹੋਇਆ। ਮੇਰੀ ਹੋਰ ਕੋਈ ਲਾਲਸਾ ਨਹੀਂ। ਗਰੇਵਾਲ ਸਾਹਿਬ, ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਹਲਕਾ ਪੂਰਬੀ ਜੇ ਸਿਆਸਤ ਦੀ ਗੱਲ ਕੀਤੀ ਜਾਵੇ, ਤੁਸੀਂ ਪਹਿਲਾਂ ਲੋਕ ਇਨਸਾਫ ਪਾਰਟੀ ਬੈਂਸ ਭਰਾਵਾਂ ਨਾਲ ਸੀਗੇ, ਉਹ ਤੁਸੀਂ ਛੱਡ ਦਿੱਤੀ ਹੈ। ਆਮ ਆਦਮੀ ਪਾਰਟੀ, ਮੈਨੂੰ ਸਵਾਲ ਪੂਰਾ ਹੋਣ ਦਿਓ, 2017 ਤੁਸੀਂ ਆਮ ਆਦਮੀ ਪਾਰਟੀ ਦਾ ਵੱਡਾ ਚਿਹਰਾ ਸੀ, ਤੁਸੀਂ ਅੱਜ ਕਾਂਗਰਸ ਪਾਰਟੀ ਵਿੱਚ ਹੈਗੇ ਹੋ। ਰਣਜੀਤ ਸਿੰਘ ਢਿੱਲੋਂ ਦੀ ਇੱਕ ਮੈਂ ਕਹਿੰਦਾ ਵੱਡਾ ਵੋਟ ਬੈਂਕ ਤਰਸੇਮ ਭਿੰਡਰ ਹੋਰਾਂ ਨਾਲ ਸੀ, ਉਹ ਆਮ ਆਦਮੀ ਪਾਰਟੀ ਚਲੇ ਗਏ ਨੇ। ਸੋ ਤੁਹਾਡਾ ਵੀ ਐਮਐਲਏ ਸੰਜੇ ਤਲਵਾਰ ਨਾਲ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਹੈਗਾ ਵਾ, ਇੱਕ ਰੌਲਾ ਚੱਲਦਾ, ਸਿਆਸੀ ਰੌਲਾ ਹੈਗਾ ਵਾ। ਕਿੱਧਰ ਨੂੰ ਸਿਆਸਤ ਜਾਊਗੀ 2022 ਚ ਹਲਕਾ ਪੂਰਬੀ ਦੀ? 2022 ਦੇ ਵਿੱਚ ਜਿਹੜੀ ਸਿਆਸਤ ਆ, ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਵੀ ਕਿਸੇ ਦੀ ਮਿਲ ਕੇ ਕਿਸੇ ਦਾ ਮਿਲ ਕੇ ਵੋਟ ਬੈਂਕ ਖਰੀਦਿਆ ਨਹੀਂ ਹੋਇਆ, ਉਹ ਕਿਸੇ ਮਿਲ ਕੇ ਹਲਕੇ ਦੀ ਰਜਿਸਟਰੀ ਨਹੀਂ ਕਰਾਈ ਹੋਈ। ਇਹ ਸੰਗਤਾਂ ਨੇ ਦੇਖਣਾ ਵਾ।
ਇਹ ਸੰਗਤਾਂ ਨੇ ਦੇਖਣਾ ਵੀ ਕਿਹਨੂੰ ਆਸ਼ੀਰਵਾਦ ਦੇਣਾ, ਕਿਹੜਾ ਕੰਮ ਕਰ ਸਕਦਾ, ਕਿਹੜਾ ਸਾਫ ਦਿਲ ਨਾਲ ਕਰ ਸਕਦਾ। ਜਿਹੜਾ ਪਹਿਲਾਂ ਮਤਲਬ ਕਿ ਐਮਐਲਏ ਸੀਗਾ ਉਹ ਮਤਲਬ ਕਿ ਕਿੰਨੇ ਕੰਮ ਕੀਤੇ, ਉਹਨੂੰ ਮਤਲਬ ਕਿ ਜੇ ਕੰਮ ਕੀਤੇ ਹੁੰਦੇ ਉਹਨੂੰ ਜਿਤਾ ਦਿੰਦੇ। ਜੇ ਮਤਲਬ ਕਿ ਇਹਨੇ ਕੰਮ ਕੀਤੇ ਹੁੰਦੇ 2019 ਦੇ ਵਿੱਚ ਸਾਡੀ ਵੋਟ ਬਾਕੀ 80,000 ਹੁੰਦੀ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਸੰਗਤਾਂ ਦੇ ਮਤਲਬ ਕਿ ਆਸ਼ੀਰਵਾਦ ਨਾਲ ਜੋ ਕੁਛ ਹੋਣਾ, ਸੰਗਤਾਂ ਦੀ ਮਰਜ਼ੀ ਹੈ। ਕਿਸੇ ਦਾ ਨਾ ਵੋਟ ਬੈਂਕ ਖਰੀਦਿਆ ਤੇ ਨਾ ਕਿਸੇ ਨੇ ਇਲਾਕੇ ਦੀ ਕਿਸੇ ਨੇ ਐਮਐਲਏ ਦੀ ਰਜਿਸਟਰੀ ਕਰਾਈ ਹੋਈ। ਆਖਰੀ ਸਵਾਲ ਲਊਂਗਾ, ਅੱਜ ਭਾਵੇਂ ਜਿਹੜੀ ਸਿਚੁਏਸ਼ਨ ਹੈਗਾ, ਜਿਹੜਾ ਮਾਹੌਲ ਬਣਿਆ ਬੀਜੇਪੀ ਦੇ ਅਗੇਂਸਟ ਬਣਿਆ, ਪਰ ਚਰਚਾ ਇਹ ਹੋ ਰਹੀ ਹੈ ਵੀ ਬੀਜੇਪੀ ਜਿਵੇਂ ਅਮਿਤ ਸ਼ਾਹ ਹੋਰੀ ਨੇ, ਨਰਿੰਦਰ ਮੋਦੀ ਨੇ, ਇੱਕ ਵੱਡੇ ਸਿਆਸਤਕਾਰ ਹੈਗੇ ਨੇ, ਵੱਡੀਆਂ ਅਜਿਹੀਆਂ ਵਿਉਂਤਬੰਦੀਆਂ ਬਣਾਉਂਦੇ, ਰਾਤੋਂ ਰਾਤ ਬਾਜੀ ਪਲਟ ਦਿੰਦੇ ਨੇ। ਸੋ ਕਿਸਾਨੀ ਅੰਦੋਲਨ ਲੈ ਕੇ ਕੱਲ੍ਹ ਨੂੰ ਕੋਈ ਬੀਜੇਪੀ ਦੇ ਹੱਕ 'ਚ ਕੋਈ ਅਜਿਹੀ ਲਹਿਰ ਚੱਲਦੀ ਹੈ, ਜਾਂ ਤੁਹਾਡਾ ਇਹ ਮਨ ਬਣੇਗਾ ਵੀ ਤੁਸੀਂ ਬੀਜੇਪੀ ਦੇ ਚੋਣ ਨਿਸ਼ਾਨ ਤੋਂ ਇਲੈਕਸ਼ਨ ਲੜੋ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ, ਅੱਜ ਜੋ ਕਿਸਾਨਾਂ ਦਾ, ਜੋ ਪੰਜਾਬੀਆਂ ਦਾ, ਜੋ ਭਾਰਤ ਦੇਸ਼ ਦਾ ਮਤਲਬ ਕਿ ਹਾਲ ਮਾੜਾ ਕੀਤਾ ਵਾ ਮੋਦੀ ਸਾਹਿਬ ਨੇ ਜਾਂ ਅਮਿਤ ਸ਼ਾਹ ਨੇ, ਤੇ ਮੇਰਾ ਖਿਆਲ ਨਹੀਂ ਵੀ ਕੋਈ ਇਸ ਮਤਲਬ ਕਿ ਲੈਣ ਗੱਲ ਨਹੀਂ ਕਰਦਾ, ਮੈਂ ਭਵਿੱਖ ਦੀ ਗੱਲ ਕਰਦਾ। ਭਵਿੱਖ ਦੇ ਵਿੱਚ ਦੱਸਣਾ ਚਾਹੁੰਦਾ ਜੋ ਅੱਜ ਮਤਲਬ ਕਿ ਰੋਲ ਰਹੇ ਨੇ ਕਿਸਾਨ, ਮਤਲਬ ਕਿ ਵੀਰ, ਪੰਜਾਬੀ ਵੀਰ, ਅੱਜ ਮਤਲਬ ਕਿ ਸਾਰੇ ਭਾਰਤ ਦੇਸ਼ ਦੇ ਮਤਲਬ ਕਿ ਕਿਸਾਨ ਰੋਲ ਰਹੇ ਨੇ। ਕਿਉਂਕਿ ਜਿੱਥੇ ਦੀ ਕਿਸਾਨੀ ਮਜ਼ਬੂਤ ਆ ਉਹ ਦੇਸ਼ ਮਜ਼ਬੂਤ ਆ, ਜਿੱਥੇ ਦੀ ਕਿਸਾਨੀ ਖੁਸ਼ਹਾਲ ਆ ਉਹ ਮਤਲਬ ਕਿ ਦੇਸ਼ ਖੁਸ਼ਹਾਲ ਆ। ਤੇ ਅੱਜ ਇਹ ਅਮਿਤ ਸ਼ਾਹ ਜੀ ਤੇ ਮਤਲਬ ਕਿ ਮੋਦੀ ਜੀ ਕਿਸਾਨਾਂ ਨੂੰ ਰੋਲ ਰਹੇ ਨੇ। ਤੇ ਔਰ ਦੱਸਣਾ ਚਾਹੁੰਦਾ ਵੀ ਕਿਸਾਨ ਕਦੇ ਵੀ ਮਾਫ ਨਹੀਂ ਕਰਨਗੇ ਇਹਨਾਂ ਨੂੰ। ਅੱਜ ਜੋ ਮਤਲਬ ਕਿ ਅੱਜ ਕੜਾਕੇ ਦੀ ਠੰਡ ਦੇ ਵਿੱਚ ਮਤਲਬ ਕਿ ਮੇਰੀਆਂ ਸਤਿਕਾਰਯੋਗ ਮਰਾਂ ਬਤਾਵਾਂ, ਮੇਰੀਆਂ ਸਤਿਕਾਰਯੋਗ ਭੈਣਾਂ, ਮਤਲਬ ਕਿ ਸਤਿਕਾਰਯੋਗ ਬਜ਼ੁਰਗ, ਸਤਿਕਾਰਯੋਗ ਮਤਲਬ ਕਿ ਨੌਜਵਾਨ ਵੀਰ ਅੱਜ ਬਾਰਡਰਾਂ 'ਤੇ ਬੈਠੇ ਨੇ। ਜੇ ਉਹਨੂੰ ਸਮਝਦਾਰ ਹੁੰਦੀ, ਉਹਨੂੰ ਮਤਲਬ ਕਿ ਉਹਨਾਂ ਨੇ ਮਤਲਬ ਕਿ ਇਹਨਾਂ ਕਿਸਾਨਾਂ ਦਾ ਪਤਾ ਹੁੰਦਾ ਵੀ ਕਿਸਾਨਾਂ ਨੇ ਅੱਜ ਸਾਡੇ ਦੇਸ਼ ਨੂੰ ਪੈਰਾਂ 'ਤੇ ਖੜਾ ਕੀਤਾ ਵਾ। ਸਾਰੀ ਇੰਡਸਟਰੀ ਡਾਊਨ ਹੋ ਗਈ, ਪਰ ਕਿਸਾਨਾਂ ਨੇ ਅੱਜ ਪੈਰਾਂ 'ਤੇ ਖੜਾ ਕੀਤਾ ਦੇਸ਼ ਨੂੰ। ਤੇ ਅੱਜ ਕਿਸਾਨਾਂ ਬਾਰੇ ਸੋਚਦੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਸਾਨ ਕਦੇ ਮਾਫ ਨਹੀਂ ਕਰਨਗੇ। ਮੈਂ ਜੇ ਭਾਜਪਾ ਦੀ ਗੱਲ ਕਰਦੇ ਹਾਂ, ਭਾਜਪਾ ਕਿਸਾਨਾਂ ਨੂੰ ਮਾਫ ਨਹੀਂ ਕਰਨ ਵਾਲੇ। ਕਿਉਂਕਿ ਅੱਜ ਤੱਕ ਜਦੋਂ ਵੀ ਕੋਈ ਕ੍ਰਾਂਤੀ ਉੱਠੀ ਆ, ਜਾਂ ਕੋਈ ਦੇਸ਼ ਦੀ ਆਜ਼ਾਦੀ ਦੀ ਕ੍ਰਾਂਤੀ ਆ, ਜਾਂ ਚਿੱਟੀ ਕ੍ਰਾਂਤੀ ਆ, ਦੁੱਧ ਦੀ ਕ੍ਰਾਂਤੀ ਆ, ਜਾਂ ਕੋਈ ਹਰੀ ਕ੍ਰਾਂਤੀ ਆ, ਤੇ ਫਸਲਾਂ ਬੀਜੀਆਂ ਗਈਆਂ, ਅਨਾਜ ਉਗਾਇਆ ਗਿਆ, ਇੱਕ ਬੀਜ ਤੋਂ ਮਿਲ ਕੇ ਫਸਲਾਂ ਤਿਆਰ ਕਰਕੇ ਪੂਰੇ ਦੇਸ਼ ਦਾ, ਪੂਰੇ ਭਾਰਤ ਦੇਸ਼ ਦਾ ਪੇਟ ਭਰਿਆ ਗਿਆ। ਤੇ ਉਹਨਾਂ ਨੂੰ ਜਦੋਂ ਬਰਬਾਦ ਕਰੂਗਾ ਕੋਈ, ਤੇ ਕਦੇ ਵੀ ਮਿਲ ਕੇ ਕਾਮਯਾਬ ਨਹੀਂ ਹੋ ਸਕੂਗਾ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਦਲਜੀਤ ਸਿੰਘ ਭੋਲਾ ਗਰੇਵਾਲ, ਜਿਨ੍ਹਾਂ ਨੇ ਜਿਹੜਾ ਟਿੱਬਾ ਰੋਡ ਤੇ ਤਾਜਪੁਰ ਉੱਤੇ ਬਣ ਰਿਹਾ ਫਲਾਈਓਵਰ, ਜਿਹਦਾ ਬੀਤੇ ਦਿਨੀ ਐਮਐਲਏ ਸੰਜੇ ਤਲਵਾੜ ਹੋਰਾਂ ਵੱਲੋਂ ਉਦਘਾਟਨ ਕੀਤਾ ਗਿਆ ਸੀਗਾ ਵੀ ਉਹ ਕੰਮ ਸ਼ੁਰੂ ਹੋਏਗਾ। ਸੋ ਉਸ ਨੂੰ ਲੈ ਕੇ ਉਹਨੇ ਆਪਣੇ ਦੱਸਿਆ ਵੀ ਕਿਵੇਂ ਉਹਨਾਂ ਨੇ 10 ਸਾਲ ਆਪਣੀ ਘਾਲਣਾ ਘਲੀ ਹੈ, ਕਿਵੇਂ ਉੱਪਰ ਦਿੱਲੀ ਤੋਂ ਲੈ ਕੇ ਪੰਜਾਬ ਦੇ ਮੰਤਰੀਆਂ ਤੇ ਅਫਸਰਾਂ ਤੱਕ ਉਹਨਾਂ ਨੇ ਆਪਣੀ ਗੱਲ ਪਹੁੰਚਾਈ, ਜਿਸ ਨੂੰ ਲੈ ਕੇ ਅੱਜ ਜਿਹੜਾ ਇਹ ਫਲਾਈਓਵਰ ਬਣਨ ਜਾ ਰਿਹਾ ਵਾ। ਸੋ ਮਾਰਚ 2020 ਦੀ ਗੱਲ ਕਰਦੇ, ਮਾਰਚ 2020 'ਚ ਜਦੋਂ ਸਰਵੇ ਦੀ ਟੀਮ ਉਹਦੇ ਨੈਸ਼ਨਲ ਹਾਈਵੇ ਦੀ, ਤਾਂ ਉਦੋਂ ਵੀ ਉੱਥੇ ਗਰੇਵਾਲ ਸਾਹਿਬ ਮੌਜੂਦ ਰਹਿੰਦੇ ਨੇ। ਸੋ ਜਿੱਥੋਂ ਤੱਕ ਸਿਆਸੀ ਗੱਲ ਕੀਤੀ ਜਾਵੇ, ਹਲਕੇ ਦੀ ਸਿਆਸਤ ਦੀ ਗੱਲ ਕੀਤੀ ਜਾਵੇ, ਸੋ ਜਿਹੜੇ ਡਿਫਰੈਂਸਸ ਹੈਗੇ ਨੇ ਹਲਕਾ ਐਮਐਲਏ ਸੰਜੇ ਤਲਵਾੜ ਤੇ ਦਲਜੀਤ ਸਿੰਘ ਭੋਲਾ ਗਰੇਵਾਲ, ਮੈਨੂੰ ਲੱਗਦਾ ਵੀ ਜੋ 2019 ਵਿੱਚ ਨਤੀਜਾ ਕਾਂਗਰਸ ਪਾਰਟੀ ਨੂੰ ਭੁਗਤਣਾ ਪਿਆ ਵਾ, ਉਹ ਲੱਗਦਾ ਵੀ 2022 ਦੇ ਵਿੱਚ ਵੀ ਨਤੀਜਾ ਭੁਗਤਣਾ ਪੈ ਸਕਦਾ। ਕਿਉਂਕਿ ਜਿਹੜੇ ਸਵਾਲ ਮੈਂ ਗਰੇਵਾਲ ਸਾਹਿਬ ਨੂੰ ਕੀਤੇ ਸੀ ਵੀ 80,000 ਦਾ ਵੋਟ ਬੈਂਕ ਦੋਹਾਂ ਪਾਰਟੀਆਂ ਦਾ ਸੀਗਾ, ਤੇ ਅੱਜ 48,000 ਤੇ ਆ ਕੇ ਟਿਕ ਗਿਆ। ਦੋਨਾਂ ਨੁਮਾਇੰਦਿਆਂ ਦਾ ਪਾਰਟੀ ਦਾ ਕਹਿੰਦਾ ਮਾਫ ਕਰਨਾ 48,000 ਤੇ ਆ ਕੇ ਟਿਕ ਗਿਆ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਅੱਗੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਇਹ ਨੁਕਸਾਨਦਾਇਕ ਸਾਬਿਤ ਹੋ ਸਕਦਾ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਅਮਰਪਾਲ ਨਾਲ ਦੇਖਦੇ ਰਹੋ ਪ੍ਰਾਈਮ ਉਦੇ। ਸਤਿ ਸ਼੍ਰੀ ਅਕਾਲ।